ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭਾਈਆਂ ਨੂੰ, ਵੀਰਾਂ ਭੈਣਾਂ ਨੂੰ ਜੀ ਆਇਆਂ। ਪਿਛਲੇ ਕੁਝ ਹਫ਼ਤਿਆਂ ਤੋਂ ਹਰ ਵੀਰਵਾਰ ਅਸੀਂ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਨੇ ਕੌਮ ਨੂੰ ਇੱਕ ਨਵਾਂ ਦਿਸ਼ਾ ਦਿੱਤੀ, ਭਾਵ ਸਿੰਘ ਸਭਾ ਲਹਿਰ, ਸਿੰਘ ਸਭਾ ਲਹਿਰ ਕਿਵੇਂ ਹੋਂਦ ਵਿੱਚ ਆਈ, ਇਹਦਾ ਵਿਕਾਸ ਕਿਵੇਂ ਹੋਇਆ, ਕਿਹੜੇ ਕਿਹੜੇ ਖੇਤਰ ਵਿੱਚ ਇਹਨਾਂ ਨੇ ਮੱਲਾਂ ਮਾਰੀਆਂ, ਔਰ ਫਿਰ ਇਸ ਲਹਿਰ ਦਾ ਰਿਜ਼ਲਟ ਕੀ ਨਿਕਲਿਆ, ਇਸਨੇ ਦਿੱਤਾ ਕਿ ਕੌਮ ਦੀ ਝੋਲੀ ਵਿੱਚ ਕੀ ਕੁਝ ਪਾਇਆ। ਇਹ ਕੁਝ ਵਿਚਾਰ ਅਸੀਂ ਅੱਜ ਆਪ ਜੀ ਨਾਲ ਸਾਂਝੇ ਕਰਾਂਗੇ। ਜੇ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਜੋ ਅਸੀਂ ਸਰਵਣ ਕੀਤਾ ਹੈ ਜਾਂ ਵਿਚਾਰਿਆ ਹੈ, ਜਾਂ ਪਿਛਲੇ ਐਪੀਸੋਡਸ ਦੇ ਵਿੱਚ, ਪਿਛਲੇ ਹਫ਼ਤਿਆਂ ਵਿੱਚ ਵਿਚਾਰਿਆ, ਉੱਥੋਂ ਇੱਕ ਗੱਲ ਬੜੀ ਸਪਸ਼ਟ ਆਉਂਦੀ ਹੈ ਕਿ ਸਿੰਘ ਸਭਾ ਲਹਿਰ ਦੇ ਜਿਹੜੇ ਕੰਮ ਹਨ, ਕਾਰਜ ਹਨ, ਇਹਨਾਂ ਨੂੰ 5 ਨੁਕਤਿਆਂ ਵਿੱਚ ਅਸੀਂ ਵੰਡ ਸਕਦੇ ਹਾਂ। 5 ਪੁਆਇੰਟ ਵਿੱਚੋਂ ਨਿਕਲਦੇ ਹਨ। ਇੱਕ ਤਾਂ ਸਿੱਖ ਧਰਮ ਦੇ ਆਜ਼ਾਦ ਜਿਹੜਾ ਹਸਤੀ ਹੈ, ਇਹਦਾ ਜਿਹੜਾ ਮੌਲਿਕ ਸਰੂਪ ਹੈ, ਉਹਦੀ ਪਹਿਚਾਣ ਪ੍ਰਗਟ ਕਰਨਾ। ਦੂਜਾ ਸੀ ਗੁਰਬਾਣੀ ਦੀ ਕਸਵੱਟੀ ਤੇ ਸਿੱਖ ਸਾਹਿਤ ਦੀ ਪਰਖ ਕਰਨੀ। ਤੀਜਾ ਸੀ ਚੱਲ ਰਹੀਆਂ ਰਹੁ ਰੀਤਾਂ, ਰਸਮੋ ਰਿਵਾਜ ਤੇ ਮਰਿਆਦਾ ਦੇ ਜਿਹੜੇ ਅਡੰਬਰ ਸਨ, ਉਹਨਾਂ ਤੋਂ ਕੌਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਤੀਜਾ ਸੀ ਵਿਦਿਆ ਦੇ ਤਾਕਤ ਦੇ ਨਾਲ ਆਪਣੇ ਗੁਆਂਢੀ ਧਰਮ ਤੋਂ, ਜਿਹਨੂੰ ਅਸੀਂ ਬ੍ਰਾਹਮਣੀ ਧਰਮ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ। ਪੰਜਵਾਂ ਹਿੱਸਾ ਦਾ ਬਣੇਗਾ ਕਿ ਸਿੱਖ ਧਰਮ ਦੇ ਜਿਹੜੇ ਆਦਰਸ਼ ਹਨ, ਜਿਹੜੀਆਂ ਸਿੱਖ ਧਰਮ ਦੇ ਆਸ਼ੇ ਹਨ, ਉਹਨਾਂ ਨੂੰ ਨਵੀਨ ਢੰਗ ਨਾਲ, ਵਿਗਿਆਨਕ ਢੰਗ ਨਾਲ ਚੇਤਨਤਾ ਪ੍ਰਗਟ ਕਰਨੀ ਤੇ ਕੌਮ ਨੂੰ ਉਹਦੇ ਬਾਰੇ ਜਾਣਕਾਰੀ ਦੇਣੀ। ਇਹ 5 ਹਿੱਸੇ ਜੀ ਸਿੰਘ ਸਭਾ ਲਹਿਰ ਦੇ ਜਿਹੜੇ ਇਤਿਹਾਸ ਵਿੱਚੋਂ ਸਾਡੇ ਸਾਹਮਣੇ ਖੁੱਲ ਕੇ ਆਉਂਦੇ ਹਨ। ਇਹਨਾਂ ਦੇ ਅਸੀਂ ਥੋੜ੍ਹੀ ਵਿਚਾਰ ਕਰੀਏ। ਸਭ ਤੋਂ ਪਹਿਲਾਂ ਸਿੱਖ ਧਰਮ ਦੀ ਆਜ਼ਾਦ ਹਸਤੀ ਤੇ ਮੌਲਿਕ ਸਰੂਪ ਦੀ ਪਹਿਚਾਣ ਜਿਹੜੀ ਉਹ ਕਰਨੀ। ਇਹ ਕਈ ਵਾਰੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਸਿੱਖ ਧਰਮ ਦੇ ਆਜ਼ਾਦ ਹਸਤੀ ਵਜੂਦ ਇਹ ਸਿੰਘ ਸਭਾ ਲਹਿਰ ਦੀ ਨਹੀਂ ਸ਼ੁਰੂ ਕੀਤੀ ਹੈ। ਆਮ ਤੌਰ ਤੇ ਕਈ ਵਾਰੀ ਇਹ ਵੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੂਲ ਰੂਪ ਦੇ ਵਿੱਚ ਸਿੰਘ ਸਭਾ ਲਹਿਰ ਨੇ ਆ ਕੇ ਕੋਈ ਨਵੇਂ ਮੂਡ ਦੇ ਦਿੱਤਾ। ਨਹੀਂ, ਜੇ ਇਤਿਹਾਸ ਨੂੰ ਅਸੀਂ ਵੇਖਦੇ ਹਾਂ, ਇਤਿਹਾਸ ਦੇ ਪੰਨਿਆਂ ਨੂੰ ਫੋਲਦੇ ਹਾਂ, ਤਾਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਇੱਕ ਨਵੀਂ ਸੋਚ, ਵਜੂਦ ਹਸਤੀ, ਨਵੀਂ ਕੌਮ, ਨਿਰਮਲ ਪੰਥ, ਜਿਹਨੂੰ ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ, ਉਹਦਾ ਇਸ ਧਰਤੀ ਦੇ ਉੱਤੇ ਆਰੰਭ ਹੁੰਦਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
गुरु नानक देव महाराज ने एक वक्रे आजाद धर्म के रूप में इस संसार को एक नवी जीवन जाच दी, जिसनों दूजे गुरु साहबान ने प्रचारिया प्रसारिया, उहदे विच वाधा कीता। उस तो बाद पंजवें गुरु पातशाह गुरु अर्जन देव महाराज ने ये सारी विचारधारा जो गुरु नानक देव महाराज तो लैके हुण तक आई सी, जिसनों गुरबाणी के रूप में प्रगट किया गया, ਉਹਦਾ मूल रूप श्री गुरु ग्रंथ साहब जी तैयार करके तो साडी झोली विच पा दिता, संसार की झोली विच पा दिता। जिथों तक न्यारेपन की गल आउंदी है, वो गुरु नानक देव महाराज का रामकली राग का जो वचन आउंदा है, होर फक्कड़ हिंदू मुसलमाने की गल तो एक गल समझ आउंदी है कि गुरु नानक पातशाह एक न्यारे ते निराले धर्म नूं संसार विच प्रगट कर रहे हैं। असीं भी पढ़ते हैं, नाम हिंदू ना मुसलमान, गुरु अर्जन देव महाराज सच्चे पातशाह का वचन भैरव राग का है। इत्थों भी गल समझ आउंदी है कि साडा धर्म इन्हां तो अलग वखरा। भाई देसा सिंह का रहतनामा जदों असीं पढ़ते हैं तो उहदे 'च एक वाक आउंदा, खालसा हिंदू मुसलमान तो न्यारा रहे। सिख रहत मर्यादा विच ये गल अज दर्ज की गई है, खालसा सारे धर्मां तो न्यारा रहे पर किसी अनधर्मी का दिल ना दुखावे। धर्म साडा वखरा है, सिद्धांत साडे वखरे हैं। ये निर्मल पंथ है, जिहड़ा निर्मल पंथ गुरु नानक देव महाराज ने आरंभ किया। तो सिंह सभा लहर के जिहड़े सेवक सी, मैंबर सन, उन्होंने इस सिद्धांत की व्याख्या हम हिंदू नहीं का नारा लगा के की, तो यह कोई नवी गल नहीं सी। आप जी को ज्ञात होवे कि इन्हां दिनां विच ही भाई कान सिंह नाभा जी ने जो एक पुस्तक लिखी जिहदा नाम ही हम हिंदू नहीं रखा, वो बड़ी ही एक निराली पेशकश सी उस समय दे विच, और चल रही रोह रीतां दे उत्ते कड़ी सट उहदे ते मारी गई सी। सिੱਖੀ ਦੇ ਸਰੂਪ ਨੂੰ ਵੱਖਰਾ ਪ੍ਰਗਟ ਕਰਨ ਦੇ ਲਈ और संसार के सामने लियाउण दे लई ये पुस्तक भाई कान सिंह नाभा ने लिखी, हम हिंदू नहीं। मैं बेनती भी करांगा भी जिन्हां ने पुस्तक नहीं पढ़ी, कृपा करके वो पुस्तक नूं जरूर पढ़न, ताकि सानू अपने असली होंद का पता, स्वरूप का पता लग सके, सानू अपने न्यारेपन का पता लग सके। जे संभव ना होवे तो सिख मिशनरी कॉलेज वालों छपी हुई पुस्तक न्यारा खालसा लैके जरूर पढ़ ली जाए, जिहदे विचों बहुत सारे सिद्धांत साडे क्लैरिटी हो जाती है कि असी इस नवा धर्म किवें गुरु नानक देव महाराज ने साडी झोली विच पाया सी, अज असी उत्थे कित्थे खड़े हाँ। तो कई बारी ये गल आम कह दी जाती है बई ये नारा जिहड़ा सी हिंदू मुसलमान का, ये अंग्रेज़ां ने सिखां नूं दिता, जां सिंह सभाइयां ने ये नवी कोई नवी चीज जिहड़ी सी आके प्रगट कर दी। सिंह सभा दे लहर दे सेवकां दी भावना खालसा पंथ दे उस वखरे वजूद ते प्रचार वाली सी, जिस दी नींव सिੱਖੀ दे आद काल तो ही गुरु नानक देव महाराज ने रख दी सी, जिन्हों असीं 1469 सतगुरु जी के आगमन की गल करते हाँ। तो इस सिद्धांत उत्ते अमल जिहड़ा सी गुरु साहबान दिंदे रहे, बाकी गुरु साहबान ते पहरा दिंदे रहे। इहदी मुकम्मलता जिहड़ी सी गुरु गोबिंद सिंह महाराज सच्चे पातशाह जी ने खालसा पंथ कह के असीं कह सकते हाँ, वही निर्मल पंथ नूं खालसा पंथ का नाम दे के इहदी मुकम्मलता जिहड़ी सी कर दित्ती, जिहदे बारे एक वचन भी आउंदा है, तीसर पंथ चलायो न वड सूर गहेला। ये तीसर पंथ जिहड़ा सी ये संसार विच प्रगट किया गया। पर जिहड़े लोग महाराजा रणजीत सिंह के राजकाल वेले दीयां रस्मां रीतां उस तों पिछों अमीरां दे सिख अमीरां दे आचार विहार नूं सिੱਖੀ का प्रमाण मन के सिੱਖੀ दे फिर मुड़ सोधे हुए रूप की सेवा के कारजां नूं सिंह सभीआं दी नवीं काढ़ जां अंग्रेज़ां दी काढ़ जां अंग्रेज़ां वालों दित्ती हुई गल की गल करते हैं, जां इहनूं सिंह सभीआं दा नवीं किस्म का प्रचार की गल कहते हैं। असल में वो सिੱਖੀ की विचारधारा तो ही जाणू नहीं हैं, क्योंकि सिंह सभा लहर ने कोई नवीं गल नहीं की। सिंह सभा लहर ने सिर्फ
ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਸਾਹਿਬਾਨ ਵੱਲੋਂ ਪ੍ਰਚਾਰੀ ਹੋਈ ਵਿਚਾਰਧਾਰਾ ਨੂੰ ਹੀ ਸੰਸਾਰ ਦੇ ਸਾਹਮਣੇ, ਲੋਕਾਂ ਦੇ ਸਾਹਮਣੇ, ਖਾਸ ਕਰਕੇ ਸਿੱਖਾਂ ਦੇ ਸਾਹਮਣੇ ਪ੍ਰਗਟ ਕੀਤਾ, ਤਦ ਕਿ ਇਹ ਗੱਲ ਸਮਝ ਆ ਜਾਏ ਕਿ ਸਿੱਖ ਧਰਮ ਇੱਕ ਸੁਤੰਤਰ, ਆਜ਼ਾਦ, ਵੱਖਰੀ ਹੋਂਦ ਵਾਲਾ ਤੇ ਬਾਕੀ ਧਰਮਾਂ ਨਾਲੋਂ ਸ੍ਰੇਸ਼ਟ ਤੇ ਵੱਖਰਾ ਹੈ। ਪਰ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਹੋਇਆਂ ਜਾਂ ਕਾਇਮ ਰੱਖਣ ਲਈ ਸਾਰੇ ਸਾਧਨ ਤੇ ਸਾਰੇ ਤੇ ਵਸੀਲੇ ਵਰਤ ਕੇ ਆਪਣਾ ਆਪ ਗਵਾ ਕੇ ਵੀ ਇਹ ਸਿੰਘ ਸਭਾ ਲਹਿਰ ਦੇ ਗੁਰਮੁਖ ਪਿਆਰਿਆਂ ਨੇ ਇਸ ਨੂੰ ਨਿਆਰੇਪਨ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ। ਔਰ ਇਹ ਵੀ ਖਿਆਲ ਰੱਖਣ ਵਾਲੀ ਗੱਲ ਹੈ ਕਿ ਇਸ ਗੁਰੂ ਨਾਨਕ ਪਾਤਸ਼ਾਹ ਵੱਲੋਂ ਪ੍ਰਚਾਰਿਆ ਹੋਇਆ ਇਹ ਮਤ, ਇਹ ਧਰਮ ਕਿਸੇ ਖਾਸ ਮਜ਼ਹਬ ਜਾਤੀ ਲਈ ਨਹੀਂ ਹੈ। ਇਹ ਤਾਂ ਸਾਰਿਆਂ ਦਾ ਭਲਾ ਬਣਾਉਣ ਵਾਲਾ ਧਰਮ ਹੈ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਤਾਂ 2 ਵਾਰੀ ਰੋਜ਼ ਸਵੇਰੇ ਸ਼ਾਮ ਦੀ ਅਰਦਾਸ ਵਿੱਚ ਵੀ ਇਹ ਸਰਬੱਤ ਦਾ ਭਲਾ ਮਨਾਉਣ ਦੀ ਗੱਲ ਕਰਦੇ ਹਾਂ। ਔਰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ, ਆਪਣੀ ਹੋਂਦ ਉੱਤੇ ਨਿਆਰੇਪਨ ਨੂੰ ਕਾਇਮ ਰੱਖਣ ਦੇ ਲਈ ਗੁਰੂ ਅੱਗੇ ਅਰਦਾਸ ਰੱਖਿਆ ਰਹਿਤ ਦੀ ਬੇਨਤੀ ਵੀ ਕਰਦੇ ਹਾਂ। ਫਿਰ ਇਹ ਸਮੁੱਚੇ ਆਪਣੇ ਲਈ ਨਹੀਂ, ਅਸੀਂ ਤਾਂ ਸੰਸਾਰ ਵਿੱਚ ਵਸਦੇ ਜਹਾਂ ਜਹਾਂ ਰੱਖਿਆ ਰਹਿਤ ਦੀ ਗੱਲ ਕਰਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਰੱਖਿਆ ਰਹਿਤ ਦੀ ਮੰਗ ਵੀ ਅਸੀਂ ਉੱਥੇ ਕਰਦੇ ਹਾਂ। ਤੋ ਇਹ ਸਿੱਖੀ ਦਾ ਜੋ ਗ੍ਰੰਥ ਹੈ, ਇਹ ਕੇਵਲ ਆਪਣੇ ਤੱਕ ਸੀਮਤ ਨਹੀਂ ਹੈ, ਜਿਹਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ। ਇਹ ਤਾਂ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਵਾਲਾ ਵਿਚਾਰਧਾਰਾ ਸਾਨੂੰ ਪੇਸ਼ ਕਰਦਾ ਹੈ। ਤੋ ਸਿੰਘ ਸਭਾ ਲਹਿਰ ਦੇ ਜਿਹੜੇ ਚਲਾਉਣ ਵਾਲੇ ਸਨ ਜਾਂ ਸੇਵਕ ਸਨ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਜ ਦੇ ਸਮੇਂ ਤੱਕ ਇਹ ਸਿੱਖੀ ਦੇ ਉੱਤੇ ਜਿਹੜੀ ਧੂੜ ਛਾ ਗਈ ਸੀ, ਮੈਂ ਇਹ ਵੀ ਬੇਨਤੀ ਕਰਦਿਆਂ ਕਿ ਕਿਉਂਕਿ ਲਗਭਗ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਾਂ ਬਾਬਾ ਬੰਦਾ ਸਿੰਘ ਬਹਾਦਰ 1716 ਵਿੱਚ ਸ਼ਹੀਦ ਹੁੰਦੇ ਹਨ। 1716 ਤੋਂ ਲੈ ਕੇ ਲਗਭਗ ਤਕਰੀਬਨ 90 ਸਾਲ ਜਾਂ 80 ਸਾਲ ਦਾ ਸਮਾਂ ਜਿਹੜਾ ਸੀ ਉਹ ਸਿੱਖਾਂ ਦਾ ਬਾਹਰ ਜੰਗਲਾਂ ਯੁੱਧਾਂ ਵਿੱਚ ਬੀਤਦਾ ਰਿਹਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਮਿਸਲਾਂ ਦਾ ਸਮਾਂ ਆਉਂਦਾ ਹੈ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ ਤੇ ਉਸ ਰਾਜ ਦੇ ਵਿੱਚ ਜਿਹੜੇ ਡੋਗਰੇ ਦੀ ਪ੍ਰਧਾਨਤਾ ਰਹੀ, ਉਹ ਰਸਮੋਂ ਰਿਵਾਜ ਜਿਹੜੇ ਸਨ ਉਹ ਸਾਰੇ ਸਿੱਖ ਧਰਮ ਦੇ ਉੱਤੇ ਹਾਵੀ ਹੁੰਦੇ ਗਏ। ਤਾਂ ਸਿੱਖ ਧਰਮ ਦੇ ਇਹ ਜਿਹੜੇ ਅਸਲੀ ਨਿਆਰੇ ਸਿਧਾਂਤ ਸਨ, ਉਹਨਾਂ ਦੇ ਉੱਤੇ ਇਹ ਕਹਿ ਲਈਏ ਕਿ ਮਿੱਟੀ ਜਿਹੜੀ ਸੀ ਉਹ ਛਾ ਗਈ ਜਾਂ ਧੂੜ ਜਿਹੀ ਪੈ ਗਈ, ਜਿਨ੍ਹਾਂ ਨੇ ਇਹ ਸਿੱਖੀ ਦੇ ਮੂਲ ਸਿਧਾਂਤਾਂ ਦਾ ਰਸ ਜਿਹੜਾ ਸੀ ਉਹ ਚੂਸਿਆ ਜਾ ਰਿਹਾ ਸੀ। ਇਹ ਮੈਂ ਫਿਰ ਬੇਨਤੀ ਦੁਹਰਾ ਰਿਹਾ ਕਿ ਸਿੱਖੀ ਦੇ ਮੂਲ ਸਿਧਾਂਤਾਂ ਦਾ ਰਸ ਜਿਹੜਾ ਸੀ ਇਹ ਫੋਕੇ ਰਸਮੋ ਰਿਵਾਜ ਤੇ ਕਰਮਕਾਂਡ ਜਿਹੜੇ ਸਨ ਉਹ ਚੂਸ ਰਹੇ ਸਨ। ਤੇ ਸਿੰਘ ਸਭਾ ਲਹਿਰ ਨੇ ਇਸ ਜਿਹੜੀ ਬ੍ਰਾਹਮਣੀ ਅਮਰਵੇਲ ਸੀ, ਇਹਨੂੰ ਧੂ ਕੇ ਆਪਣੇ ਗਲੇ ਤੋਂ ਲਾਇਆ, ਖਿੱਚ ਕੇ ਗਲੇ ਤੋਂ ਲਾ ਦਿੱਤਾ ਅਤੇ ਸਿੱਖੀ ਦੇ ਉਸ ਰੁੱਖ ਨੂੰ ਮੂਲ ਰੂਪ ਵਿੱਚ ਫਿਰ ਪ੍ਰਗਟ ਕੀਤਾ। ਉਹ ਜਿਹੜੀਆਂ ਲਹਿਰਾਂ, ਜਿਹੜੀਆਂ ਸ਼ਾਖਾਵਾਂ ਜਿਹੜੀਆਂ ਸਨ, ਉਹਨਾਂ ਨੂੰ ਉਗਾਉਣ ਦਾ ਇੱਕ ਨਿਰਵਿਕਲਾ ਜਿਹਾ ਯਤਨ ਇਸ ਸਿੰਘ ਸਭਾ ਲਹਿਰ ਦੇ ਉਹਨਾਂ ਸੇਵਕਾਂ ਨੇ ਕੀਤਾ। ਸੋ ਕਿਉਂਕਿ ਖਾਲਸਾ ਬਹੁਤਾ ਸਮਾਂ ਆਪਣੀ ਰਹਿਤ ਮਰਿਆਦਾ ਦੇ ਉੱਤੇ ਜ਼ੋਰ ਨਾ ਦੇ ਸਕਿਆ। ਕਿਉਂ ਨਾ ਦੇ ਸਕਿਆ? ਕਿਉਂਕਿ ਉਹਨਾਂ ਕੋਲ ਉਸ ਲਈ ਘਰ ਘੱਟ ਨਹੀਂ ਸਨ। ਇਸ ਵਾਸਤੇ ਉਹ ਆਈ ਹੋਈ ਖੜੋਤ ਜਿਹੜੀ ਸੀ, ਔਰ ਮਹਾਰਾਜਾ ਰਣਜੀਤ ਸਿੰਘ ਰਾਜਕਾਲ ਪਿੱਛੋਂ ਅੱਧੀ ਸਦੀ ਦਾ ਸਮਾਂ ਸਿੱਖੀ ਸਿਧਾਂਤਾਂ ਉੱਤੇ ਇਹ ਬ੍ਰਾਹਮਣੀ ਪ੍ਰਭਾਵਾਂ ਦੀ ਬੋੜ ਦੀ ਛਾਂ ਜਿਵੇਂ ਹੁੰਦੀ ਹੈ, ਸੰਘਣਾ ਬੋੜ ਹੁੰਦਾ, ਉਹਦੇ ਵਾਂਗੂ ਇਹ ਪ੍ਰਭਾਵ ਜਿਹੜਾ ਸੀ ਇਹ ਪਾ ਚੁੱਕਾ ਸੀ। ਤਾਂ ਉਸ ਸੰਘਣੀ ਜਿਹੜੇ ਪ੍ਰਭਾਵ ਜਿਹੜੇ ਸਨ ਅਨਮਤੀ ਸਿਧਾਂਤਾਂ ਦੇ, ਅਨਮਤੀ ਧਰਮਾਂ ਦੇ, ਅਨਮਤੀ ਰਸਮੋਂ ਰਿਵਾਜਾਂ ਦੇ, ਜਿਹੜੇ ਸਿੱਖੀ ਦੇ ਬੂਟੇ ਉੱਤੇ ਫੈਲ ਚੁੱਕੇ ਸਨ, ਜਿਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਥੋੜਾ ਜਿਹਾ ਕਮਜ਼ੋਰ ਵੀ ਕਰ ਦਿੱਤਾ ਸੀ, ਉਹਨਾਂ ਵਿੱਚੋਂ ਕੱਢ ਕੇ ਇੱਕ ਨਵੀਂ ਹਰਿਆਵਲ ਇਸ ਸਿੱਖੀ ਦੇ ਬੂਟੇ ਦੇ ਉੱਤੇ ਲਿਆਉਣ ਦਾ ਜਿਹੜਾ ਯਤਨ ਸੀ, ਇਹ ਸਿੰਘ ਸਭਾ ਲਹਿਰ ਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਕੀਤਾ ਹੈ। ਦੇਖਣ ਨੂੰ ਭਾਵੇਂ ਇਹ ਜਿਹੜਾ ਸਿੱਖ ਰਾਜ ਦਾ ਕਾਲ ਹੈ, ਉਹ ਸਿੱਖ ਰਾਜ ਦਾ ਜਾਂ ਰਾਜ ਸ਼ਕਤੀ ਦਾ ਕਾਲ ਲੱਗਦਾ ਹੈ, ਪਰ ਉਸ ਸਮੇਂ ਦੇ ਅੰਦਰ ਜਿਹੜੀ ਐਸ਼ੋ ਪ੍ਰਸਤੀ ਸੀ, ਉਹਨੇ ਵੀ ਆਪਣੇ ਪੈਰਾਂ ਨੂੰ ਪਸਾਰਿਆ। ਐਸ਼ੋ ਪ੍ਰਸਤੀ ਦੇ ਵਧਣ ਕਰਕੇ ਵੀ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਜਿਹੜਾ ਸੀ ਨਹੀਂ ਦੇ ਸਕਿਆ।
उस राज विच भी सिख संगतां दे विकास, पंथक संगठन ऑर्गेनाइजेशन ਜਾਂ ਕੇਂਦਰੀ ਜਥੇਬੰਦੀ ਦੀ ਜਿਹੜੀ ਕਮੀ ਹੈ ਉਹ ਮਹਿਸੂਸ ਹੁੰਦੀ ਰਹੀ। ਉਹਦੀ ਕਮੀ ਪੂਰੀ ਨਾ ਕਰ ਸਕੇ, ਸਗੋਂ ਅਸੀਂ ਨਾ ਉਸ ਵੇਲੇ ਸਿੱਖ ਸੰਗਤਾਂ ਦਾ ਵਿਕਾਸ ਕਰ ਸਕੇ, ਨਾ ਪੰਥਕ ਸੰਗਠਨ ਕੋਈ ਬਣਾ ਸਕੇ, ਨਾ ਹੀ ਅਸੀਂ ਕੋਈ ਕੇਂਦਰੀ ਜਥੇਬੰਦੀ ਜਿਹੜੀ ਸੀ ਉਸ ਵੇਲੇ ਕਾਇਮ ਕਰ ਸਕੇ। ਪੰਥਕ ਗੁਰਮਤੇ ਦੀ ਵਿਚਾਰਧਾਰਾ ਦੇ ਪੈਰ ਵੀ ਜਿਹੜੇ ਸਨ ਉਸ ਰਾਜ ਵਿੱਚ ਨਾ ਲੱਗ ਸਕੇ। ਜਿਹੜੇ ਪੰਥਕ ਗੁਰਮਤੇ ਦੇ ਵਿਚਾਰ, ਜਿਹੜੇ ਅਸੀਂ ਗੁਰਮਤੇ ਹੁੰਦੇ ਸਨ, ਜਿਹੜਾ ਸਰਬੱਤ ਖਾਲਸੇ ਕੀਤੇ ਜਾਂਦੇ ਸਨ, ਉਹਨਾਂ ਵਿੱਚ ਪਾਸ ਹੋਏ ਗੁਰਮਤੇ, ਉਹਨਾਂ ਦੇ ਪੈਰ ਵੀ ਜਿਹੜੇ ਸੀ ਸਿੱਖ ਰਾਜ ਵਿੱਚ ਨਹੀਂ ਲੱਗ ਸਕੇ। ਕਿਉਂਕਿ ਰਾਜ ਸ਼ਕਤੀ ਜਦੋਂ ਆਉਂਦੀ ਹੈ ਉਦੋਂ ਕੁਝ ਨਾ ਕੁਝ ਪ੍ਰਭਾਵ ਜਿਹੜਾ ਹੈ ਉਹ ਇੱਧਰ ਉੱਧਰ ਦਾ ਕਬੂਲਿਆ ਜਾਂਦਾ ਹੈ, ਔਰ ਆਪਣੇ ਸਿਧਾਂਤਾਂ ਨਾਲ ਸਮਝੌਤੇ ਵੀ ਜਿਹੜੇ ਉਹ ਕਰ ਦਿੱਤੇ ਜਾਂਦੇ ਹਨ। ਉਹਦੀਆਂ ਪ੍ਰਤੱਖ ਉਦਾਹਰਨਾਂ ਤੁਹਾਨੂੰ ਪਿਛਲੇ 40-50 ਸਾਲ ਦੇ, ਜਿਨ੍ਹਾਂ ਨੂੰ ਅਕਾਲੀ ਰਾਜ ਅਸੀਂ ਕਹਿੰਦੇ ਹਾਂ, ਉੱਥੋਂ ਤੁਹਾਨੂੰ ਸਾਰਾ ਕੁਝ ਸਾਹਮਣੇ ਨਜ਼ਰ ਆ ਜਾਏਗਾ ਵੀ ਕਿਵੇਂ ਰਾਜ ਸ਼ਕਤੀ ਵਿੱਚ ਪੰਥਕ ਸਿਧਾਂਤਾਂ ਤੇ ਪੰਥਕ ਮਤਿਆਂ ਗੁਰਮਤਿਆਂ ਦੇ ਪੈਰ ਜਿਹੜੇ ਹਨ ਉਹ ਨਹੀਂ ਲੱਗਣ ਦਿੱਤੇ ਜਾਂਦੇ, ਪਰ ਕਿਵੇਂ ਝੂਠੇ ਫੈਸਲੇ ਕਰਕੇ ਅੱਜ ਕੌਮਾਂ ਦੇ ਉੱਤੇ ਉਦੋਂ ਠੋਸੇ ਜਾਂਦੇ ਹਨ, ਪਰ ਉਹਨਾਂ ਫੈਸਲਿਆਂ ਨਾਲ ਕੌਮੀ ਨੁਕਸਾਨ ਜਿਹੜਾ ਹੈ ਉਹ ਹੋ ਜਾਂਦਾ ਹੈ। ਇਹ ਗੱਲ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੀ ਹੈ। ਤਾਂ ਸਿੱਖ ਰਾਜ ਦੇ ਜੇ ਅਸੀਂ ਕਹਿ ਲਈਏ ਵੀ ਜਿਹੜਾ ਖਿਲਰ ਜਾਣ ਦਾ ਜਾਂ ਖਤਮ ਹੋਣ ਦਾ ਕਾਰਨ ਕੀ ਸੀ, ਜੇ ਇਹਨੂੰ ਵੀ ਦੇਖ ਲਈਏ, ਉਹ ਅਸੀਂ ਆਪਣੇ ਮੂਲ ਨਾਲੋਂ ਟੁੱਟ ਕੇ ਦਾਲੀ ਦੇ ਨਾਲ ਜੁੜ ਜਾਣਾ। ਮੂਲ ਸੀ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ, ਦਾਤ ਸੀ ਰਾਜ ਭਾਗ ਦੀ ਦਾਤ ਨੂੰ ਉੱਤਮ ਜਾਣ ਲਿਆ। ਇਸੇ ਕਰਕੇ ਹੀ ਇਹ ਖਾਲਸਾ ਦਰਬਾਰ ਦਾ ਮਹਿਲ ਜਿਹੜਾ ਸੀ ਇਹ ਇੱਟ ਹੋ ਗਿਆ, ਇਹ ਵੱਖਰਾ ਹੋ ਗਿਆ, ਔਰ ਲਗਭਗ 1849 ਤੱਕ ਸਦਾ ਲਈ ਸਮਾਪਤ ਵੀ ਹੋ ਗਿਆ। ਜਦੋਂ ਵੀ ਮੂਲ ਛੱਡ ਕੇ ਕੋਈ ਡਾਲੀ ਨਾਲ ਲੱਗ ਜਾਂਦਾ ਹੈ, ਜਦੋਂ ਦਿੱਤੀ ਹੋਈ ਦਾਤ ਨਾਲ ਜੁੜ ਜਾਂਦਾ ਹੈ, ਉਦੋਂ ਪਤਨ ਅਧੋਗਤੀ ਜਿਹੜੀ ਹੈ ਉਹ ਭਾਵੇਂ ਅਧਿਆਤਮਕ ਜੀਵਨ ਹੈ ਤੇ ਭਾਵੇਂ ਬਾਹਰ ਦਾ ਕੌਮਾਂ ਦਾ ਜੀਵਨ ਹੁੰਦਾ ਹੈ, ਉਹਨਾਂ 'ਚ ਅਧੋਗਤੀ ਜਿਹੜੀ ਹੈ ਉਹ ਵਰਤਦੀ ਰਹਿੰਦੀ ਹੈ। ਗੁਰੂ ਪਾਤਸ਼ਾਹ ਦਾ ਬਚਨ ਵੀ ਆਉਂਦਾ ਹੈ, ਮੂਲ ਛੋੜ ਡਾਲੀ ਲੱਗੇ ਕਿਆ ਭਾਵੇਂ ਛਾਈ, ਤੇ ਮੂਲ ਛੱਡ ਕੇ ਡਾਲੀਆਂ ਨਾਲ ਲੱਗ ਕੇ ਪੱਲੇ ਕੀ ਪਵੇਗਾ, ਕੁਛ ਨਹੀਂ ਪਵੇਗਾ। ਜਿਹੜੇ ਦਾਤੇ ਨੂੰ ਛੱਡਦੇ, ਦਾਤ ਪਿਆਰੀ ਵਿਸਰਿਆ ਦਤਾਰਾ ਦੀ ਕਹਾਣੀ ਵਿੱਚ ਜਿਹੜੇ ਫਸ ਜਾਂਦੀਆਂ ਹਨ ਕੌਮਾਂ, ਉਹ ਕੌਮਾਂ ਫਿਰ ਅਧੋਗਤੀ ਦੀ ਕੱਦ ਵਿੱਚ ਜਾ ਕੇ ਡਿੱਗ ਪੈਂਦੀਆਂ ਹਨ। ਜਿਸ ਵੇਲੇ ਪੰਥਕ ਜਥੇਬੰਦੀ ਤੇ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਜਾਂ ਜੁੜਦੀਆਂ ਹੁੰਦੀਆਂ ਜਾਂ ਪੰਥਕ ਆਰਗੇਨਾਈਜੇਸ਼ਨ ਦਾ ਕੋਈ ਗੱਲ ਬਣ ਜਾਂਦੀ, ਤਾਂ ਇਹ ਜਿਹੜਾ ਪਤਨ ਹੈ ਸਿੱਖ ਰਾਜ ਦਾ ਜਾਂ ਅਧੋਗਤੀ ਹੈ, ਇਹ ਸ਼ਾਇਦ ਕਦੀ ਵੀ ਨਾ ਵਰਤਦੀ। ਤਾਂ ਪੰਥਕ ਜਥੇਬੰਦੀ ਤੇ ਸੰਗਤਾਂ ਦੇ ਮਹੱਤਵ ਨੂੰ ਕੌਮ ਨੇ ਅਜੇ ਸਮਝਿਆ ਹੀ ਨਹੀਂ ਸੀ। ਦੂਜੇ ਲਫ਼ਜ਼ਾਂ 'ਚ ਇਹ ਵੀ ਗੱਲ ਕਰ ਲਈਏ, ਜਦੋਂ ਸ਼ਕਤੀ ਆਉਂਦੀ ਹੈ ਤਾਂ ਸਭ ਕੁਝ ਪਿੱਛੇ ਛੱਡ ਕੇ, ਸਭ ਨੂੰ ਪਿੱਛੇ ਛੱਡ ਕੇ, ਸਿਧਾਂਤ ਛੱਡ ਕੇ, ਸਾਰਾ ਕੁਝ ਛੱਡ ਕੇ, ਇਹ ਜਿਹੜੀ ਅਸੀਂ ਉਸ ਦਾ ਸ਼ਕਤੀ ਦੇ ਪਿੱਛੇ ਹੀ ਭੱਜ ਪੈਂਦੇ ਹਾਂ। ਇਸ ਤਰ੍ਹਾਂ ਇਹ ਕਹਿ ਲਈਏ ਕਿ ਮੂਲ ਆਧਾਰ ਛੱਡ ਕੇ ਅੱਗੇ ਦੌੜਨ ਵਾਲਿਆਂ ਦਾ ਅੱਗਾ ਦੌੜ ਤੇ ਪਿੱਛਾ ਚੌੜ ਵਾਲਾ ਹੀ ਹਮੇਸ਼ਾ ਹਾਲ ਹੁੰਦਾ ਹੈ। ਜੋ ਹੋਇਆ ਪਿਛੋਕੜ ਵੀ ਇਹ ਗੱਲ ਦੱਸਦਾ ਹੈ, ਤੇ ਹੁਣ ਪਿਛਲੇ ਸਾਲਾਂ ਵਿੱਚ ਬੀਤੇ ਹੋਏ ਵੀ ਇਹੋ ਹੀ ਗੱਲ ਦੱਸਦੇ ਹਨ ਵੀ ਰਾਜ ਭਾਗ ਵਿੱਚ ਦੌੜਨ ਵਾਲਿਓ, ਕੌਮ ਦੀਆਂ ਬੇੜੀਆਂ 'ਚ ਵੱਟੇ ਜਿਹੜੇ ਅਸੀਂ ਪਾ ਦਿੱਤੇ, ਸ਼ਾਇਦ ਬਹੁਤ ਸਮਾਂ ਲੱਗੇਗਾ। ਰੋਜ਼ ਨਵੀਆਂ ਤੋਂ ਨਵੀਆਂ ਘਟਨਾਵਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦੇਖਦੇ ਹਾਂ, ਮਨ ਨੂੰ ਬੜੀ ਕਰਾਰੀ ਸੱਟ ਵੱਜਦੀ ਹੈ, ਤਕਲੀਫ ਹੁੰਦੀ ਹੈ ਵੀ ਅਸੀਂ ਆਪਣੇ ਕੌਮੀ ਭਵਿੱਖ ਨੂੰ ਸਵਾਰਨ ਦੀ ਥਾਂ ਤੇ ਅੱਜ ਇੱਥੇ ਆ ਕੇ ਖੜੇ ਹੋ ਗਏ। ਕਾਰਨ ਸੀ ਦੂਜਿਆਂ ਦਾ ਪ੍ਰਭਾਵ ਕਬੂਲ ਲੈਣਾ, ਦੂਜਿਆਂ ਦੀ ਰਾਜ ਸੱਤਾ ਦੇ ਅਧੀਨ ਆਪਣੇ ਆਪ ਨੂੰ ਕਰ ਲੈਣਾ। ਇਹ ਕਾਰਨ ਜਿਹੜੇ ਸਨ, ਇਹੋ ਹੀ ਕਾਰਨ ਸਿੰਘ ਸਭਾ ਦੇ ਸਾਹਮਣੇ ਸਨ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਸ ਛਾਈ ਹੋਈ ਮਿੱਟੀ ਨੂੰ, ਉਸ ਹਨੇਰੀ ਨਾਲ, ਜੋ ਅਨਮਤੀਆਂ ਦੀ ਹਨੇਰੀ ਛਾ ਚੁੱਕੀ ਸੀ, ਉਹਦੇ ਨਾਲ ਧੂੜ ਜਿਹੜੀ ਪੈ ਚੁੱਕੀ ਸੀ, ਉਹਨੂੰ ਗੁਰਬਾਣੀ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਸਿੱਖ ਧਰਮ ਦੀ ਨਵੇਕਲੀ, ਨਿਆਰੀ, ਆਜ਼ਾਦ ਹਸਤੀ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਜਾ ਸਕੇ। ਦੂਜਾ ਸਿੱਖ ਪੱਖ ਆਉਂਦਾ ਹੈ ਗੁਰਬਾਣੀ ਦੀ ਕਸਵੱਟੀ ਤੇ ਸਿੱਖ ਸਾਹਿਤ ਦੀ ਪਰਖ। ਇਹ ਬੜੀ ਹੀ ਦੂਰਦ੍ਰਿਸ਼ਟੀ ਵਾਲਾ ਫੈਸਲਾ ਸੀ, ਔਰ ਇਹੋ ਹੀ ਗੱਲ ਅੱਜ ਵੀ ਕਰਨ ਦੀ ਲੋੜ ਹੈ। ਜਦੋਂ ਸਿੱਖ ਸਾਹਿਤ ਨੂੰ ਗੁਰਬਾਣੀ ਦੀ ਰੋਸ਼ਨੀ, ਉਸਦੀ ਕਸਵੱਟੀ ਉੱਤੇ ਪਰਖਣ ਦੀ ਸੋਝੀ, ਇਹ ਸਿੱਖ ਸਭਾ ਲਹਿਰ ਦੀ ਸਭ ਤੋਂ ਵੱਡੀ ਵਿਸ਼ੇਸ਼ ਦੇਣ ਮੰਨੀ ਜਾ ਸਕਦੀ ਹੈ। ਨਹੀਂ ਤਾਂ ਸੀਨਾ ਮਸੀਨਾ ਚੱਲੀਆਂ ਆਉਂਦੀਆਂ ਸਾਖੀਆਂ, ਚੱਲੀਆਂ ਆਉਂਦੀਆਂ ਕਹਾਣੀਆਂ, ਗੁਰੂ ਸਾਹਿਬਾਨ ਦੇ ਬਾਰੇ ਲਿਖੀਆਂ ਹੋਈਆਂ ਉਹਨਾਂ ਜੀਵਨੀਆਂ, ਜਿਨ੍ਹਾਂ ਵਿੱਚ ਸਤਿਗੁਰੂ ਦੇ ਉੱਤੇ ਕਰਾਰੀ ਚੋਟ ਵੀ ਮਾਰੀ ਗਈ, ਉਹਨਾਂ ਨੂੰ ਸੱਚ ਕਰਕੇ ਅਸੀਂ ਮੰਨੀ ਜਾਂਦੇ ਸਾਂ।
कदी असीं गुरु साहब जी ने सिर विच किरम चला दिते, कदी असीं गुरु साहब दे ਸਿੰਘਾਸਨ ਦੇ ਪਾਵੇ ਤੋੜ ਦਿੱਤੇ, कदी ਅਸੀਂ ਹੋਰ कुछ कर दिता। ਇੰਨਾ कुछ इतिहास ने लिख दिता। और जे कलगीधर पातशाह ਦੇ इतिहास ਨੂੰ पढ़ ਲਈਏ ਉਸ ਤੋਂ ਬਾਅਦ जो कुछ लिखिया गया वो तो बहुत ही शर्म वाली गल है, ਜਿਹਨੂੰ ਇੱਥੇ ਬਿਆਨ ਕਰਨਾ भी औखी गल है। तो सिख ਸਾਹਿਤ ਨੂੰ ਜਨਮ ਸਾਖੀਆਂ ਵਾਲਾ ਜਾਂ ਬੰਸਾਵਲੀਨਾਮਿਆਂ ਜਾਂ ਗੁਰਬਲਾਸ ਜਿਹੜੀਆਂ ਪਾਤਸ਼ਾਹੀਆਂ ਲਿਖੀਆਂ ਹੋਈਆਂ ਨੇ, ਨਾਨਕ ਪ੍ਰਕਾਸ਼, ਨਾਨਕ ਵਿਜੇ, ਗੁਰੂ ਨਾਨਕ ਚੰਦਰ ਦਿਆਏ, ਗੁਰਪ੍ਰਤਾਪ ਸੂਰਜ, ਇਹ ਵੱਡੇ ਵੱਡੇ ਆਕਾਰ ਦੇ ਗ੍ਰੰਥ ਜਿਹੜਾ ਸੀ ਇਹ ਉਹਨਾਂ ਵਿੱਚ ਲਿਖ ਕੇ ਛਾਪ ਦਿੱਤਾ ਗਿਆ। ਪਰ ਇਹਨਾਂ ਗ੍ਰੰਥਾਂ ਦੇ ਲੇਖਕਾਂ ਦਾ ਦ੍ਰਿਸ਼ਟੀਕੋਣ ਉਸ ਸਮੇਂ ਦੇ ਬ੍ਰਾਹਮਣੀ ਸਮਾਜ ਦੇ ਪ੍ਰਭਾਵ ਦੇ ਕਬੂਲਣ ਕਰਕੇ ਬਿਲਕੁਲ ਹੀ ਉਹ ਕੁਝ ਬਣ ਚੁੱਕਿਆ ਸੀ। ਖਿਆਲ ਕਰਨਾ, ਅਸੀਂ ਅੱਗੇ ਇੱਕ ਸਵਾਲ ਜਵਾਬ ਵਿੱਚ ਵਿਚਾਰ ਕਰ ਚੁੱਕੇ ਸਾਂ ਕਿ ਜਿਹੜਾ ਦੋਹਰਾ ਭਾਈ ਪ੍ਰਹਲਾਦ ਸਿੰਘ ਨੇ ਲਿਖਿਆ ਤੇ ਜਿਹੜਾ ਰੋਜ਼ਾ ਅਰਦਾਸ ਵਿੱਚ ਅਸੀਂ ਪੜ੍ਹਦੇ ਹਾਂ, ਉਹਨੂੰ ਕਵੀ ਸੰਤੋਖ ਸਿੰਘ ਨੇ ਕਿਵੇਂ ਚੇਂਜ ਕਰ ਦਿੱਤਾ, ਕਿਵੇਂ ਬਦਲ ਦਿੱਤਾ, ਜਿਹਨੂੰ ਪ੍ਰਗਟ ਗੁਰਾਂ ਕੀ ਦੇਹ ਲਿਖ ਕੇ ਅੱਜ ਸਾਡੇ ਸਾਹਮਣੇ ਰੱਖਿਆ ਗਿਆ, ਜਦ ਕਿ ਉੱਥੇ ਪੰਥ ਖਾਲਸਾ ਮਾਨਿਓ ਦੀ ਗੱਲ ਜਿਹੜੀ ਸੀ ਉਹ ਲਿਖੀ ਮਿਲਦੀ ਹੈ। ਇੱਕ ਵੇਲੇ ਦੇ ਹਾਕਮਾਂ ਦਾ ਪ੍ਰਭਾਵ ਵੀ ਹੁੰਦਾ, ਕਿਉਂਕਿ ਰਾਜਪੂਤਾਨੇ ਦੇ ਵਿੱਚ ਜਾ ਕੇ ਲਿਖਿਆ ਗਿਆ, ਉੱਥੋਂ ਦੇ ਜਿਹੜੇ ਉਸ ਵੇਲੇ ਰਾਜੇ ਸਨ ਉਹਨਾਂ ਦਾ ਪ੍ਰਭਾਵ ਕਬੂਲਿਆ, ਕਿਉਂਕਿ ਜਦ ਇਹ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਹਕੂਮਤਾਂ ਦਾ ਪ੍ਰਭਾਵ ਵਿਦਵਾਨ ਵੀ ਕਬੂਲਦੇ ਹਨ। ਮਤਲਬ ਉਹ ਇੱਕ ਵਿਰਲਾ ਹੀ ਹੁੰਦਾ ਹੈ, ਜਿਹੜਾ ਨਹੀਂ ਕਬੂਲਦਾ ਉਹਨੂੰ ਫਿਰ ਕੱਢ ਦਿੱਤਾ ਜਾਂਦਾ ਹੈ, ਜਿਹੜਾ ਹਕੂਮਤਾਂ ਦੇ ਪ੍ਰਭਾਵ ਨਹੀਂ ਕਬੂਲਦੇ। ਇਸ ਢੰਗ ਦੇ ਨਾਲ ਇਹ ਸ਼ੁਰੂ ਤੋਂ ਚੱਲਿਆ ਆਉਂਦਾ ਕੰਮ ਜਿਹੜਾ ਹੈ ਇਹ ਚੱਲਿਆ ਆਉਂਦਾ ਹੈ। ਇਹ ਗ੍ਰੰਥ ਜਿਹੜੇ ਵੱਡੇ ਗ੍ਰੰਥ ਲਿਖੇ, ਇਹਨਾਂ ਨਾਲ ਗੁਰੂ ਸਾਹਿਬਾਨ ਦੇ ਜੀਵਨ ਨਾਲ, ਇਹਨਾਂ ਇਤਿਹਾਸਕ ਗ੍ਰੰਥਾਂ ਵਿੱਚ ਕਲਪਤ ਪੁਰਾਣਿਕ ਕਥਾਵਾਂ, ਕਲਪਤ ਗੁਰੂ ਸਾਹਿਬ ਦੇ ਚਰਿਤਰਾਂ ਨੂੰ ਅੰਕਿਤ ਕਰਨਾ ਬਿਲਕੁਲ ਹੀ ਸਿੱਖੀ ਸਿਧਾਂਤਾਂ ਤੋਂ ਉਲਟ ਵਾਲੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਔਰ ਹੈਰਾਨੀ ਵਾਲੀ ਹੁੰਦੀ ਹੈ ਵੀ ਅਸੀਂ ਇਸ ਨੂੰ ਪੜ੍ਹ ਕਿਵੇਂ ਲੈਂਦੇ ਹਾਂ। ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਪ੍ਰਤੀ ਇਹੋ ਜਿਹੀਆਂ ਗੱਲਾਂ ਕਿਵੇਂ ਪੜ੍ਹ ਸਕਦਾ ਹੈ। ਕਈ ਵਾਰ ਤਾਂ ਇਹੋ ਜਿਹੀਆਂ ਗੱਲਾਂ ਵੀ ਆਉਂਦੀਆਂ ਔਰ ਸ਼ਰਮ ਦਾ ਸਿਰ ਵੀ ਸਾਡਾ ਝੁਕ ਜਾਂਦਾ ਹੈ। ਤੋ ਸਿੱਖ ਇਤਿਹਾਸਕ ਗ੍ਰੰਥਾਂ ਨੇ ਸਿੱਖ ਗੁਰੂਆਂ ਦੀ ਇਹ ਜਿਹੜੇ ਗ੍ਰੰਥ ਸੀ, ਇਹਨਾਂ ਨੇ ਪੁਰਾਣਿਕ ਢੰਗ ਨਾਲ ਉਹਨਾਂ ਨੂੰ ਵਿਦਿਆਮਨ ਕਰਕੇ, ਨਿਰੂਪਣ ਕਰਕੇ, ਲਫ਼ਜ਼ ਕਹਿ ਲਵਾਂ, ਇਤਿਹਾਸਿਕ ਤੱਥਾਂ ਦਾ ਇੱਕ ਘੋਲ ਮਘੋਲਾ ਜਿਹਾ ਜਿਹੜਾ ਸੀ ਉਹ ਬਣਾ ਦਿੱਤਾ ਸੀ। ਨਾ ਕੋਈ ਸਾਹਮਣੇ ਪ੍ਰਗਟ ਵਿਚਾਰਧਾਰਾ ਹੋਵੇ, ਨਾ ਉਹਦੇ ਚੋਂ ਕੋਈ ਸਿਧਾਂਤ ਸਾਹਮਣੇ ਆਵੇ। ਉੱਥੇ ਸਿੱਖ ਧਰਮ ਦੇ ਵਿਲੱਖਣ ਤੇ ਆਜ਼ਾਦ ਹਸਤੀ, ਮੌਲਿਕ ਧਰਮ, ਮਹੱਤਤਾ ਦੇ ਉੱਤੇ ਵੀ ਸ਼ੱਕ ਜਿਹੜੇ ਸੀ ਉਹ ਖੜੇ ਹੋਣੇ ਸ਼ੁਰੂ ਹੋ ਗਏ। ਅੱਜ ਜਿਵੇਂ ਉਂਗਲਾਂ ਉੱਠ ਰਹੀਆਂ ਹਨ, ਤੁਸੀਂ ਦੇਖੋਗੇ ਕਿਵੇਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਸਾਧਨਾਂ ਰਾਹੀਂ ਬਿਲਕੁਲ ਸਾਡੀ ਵਜੂਦ ਨੂੰ, ਅਸਲ ਵਿੱਚ ਸਾਡੀ ਹੋਂਦ ਨੂੰ ਔਰ ਸਾਡੀ ਆਜ਼ਾਦ ਹਸਤੀ ਨੂੰ ਖਤਮ ਕਰਨ ਦਾ ਜਿਹੜਾ ਇੱਕ ਬੜੇ ਹੀ ਯੋਜਨਾਮਈ ਢੰਗ ਨਾਲ ਸਾਡੇ ਆਪਣਿਆਂ ਵੱਲੋਂ ਤੇ ਸਾਡੇ ਬਗਾਨਿਆਂ ਵੱਲੋਂ, ਜਿਹਨਾਂ ਨੂੰ ਅਸੀਂ ਆਪਣੇ ਕਹਿ ਦਿੰਦੇ ਹਾਂ, ਭਾਵੇਂ ਉਹ ਦੂਜਿਆਂ ਦੇ ਹੱਥਾਂ ਤੇ ਖੇਡ ਰਹੇ ਹੋਣ, ਉਹਨਾਂ ਵੱਲੋਂ ਜਿਹੜਾ ਯਤਨ ਅੱਜ ਹੋ ਰਿਹਾ ਹੈ, ਉਸ ਵੇਲੇ ਵੀ ਇਹ ਯਤਨ ਜਿਹੜਾ ਸੀ ਇਹ ਚੱਲਦਾ ਸੀ। ਵੇਲੇ ਦੇ ਹਾਕਮ ਹਮੇਸ਼ਾ ਹੀ ਇਹ ਗੱਲ ਕਰਦੇ ਹਨ ਕਿ ਕੌਮ ਦੇ ਸਿਧਾਂਤ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਕੌਮਾਂ ਉਦੋਂ ਖਤਮ ਨਹੀਂ ਹੁੰਦੀਆਂ ਜਦੋਂ ਇਹਨਾਂ ਦਾ ਕਤਲੇਆਮ ਹੋ ਜਾਏ। ਕੌਮਾਂ ਉਦੋਂ ਨਹੀਂ ਮੁੱਕਦੀਆਂ ਜਦੋਂ ਇੱਕ ਦਿਨ ਵਿੱਚ 7-8 ਹਜ਼ਾਰ ਸ਼ਹੀਦੀ ਹੋ ਜਾਏ। ਕੌਮਾਂ ਉਦੋਂ ਵੀ ਨਹੀਂ ਮੁੱਕਦੀਆਂ ਜਦੋਂ 30 ਹਜ਼ਾਰ ਦੇ ਕਰੀਬ ਸਿੱਖ ਸਿੰਘਣੀਆਂ ਬੱਚੇ ਇੱਕ ਦਿਨ 'ਚ ਸ਼ਹੀਦ ਹੋ, ਅੱਧੀ ਕੌਮ ਇੱਕ ਦਿਨ ਵਿੱਚ ਸ਼ਹੀਦ ਹੋ ਜਾਏ। ਕੌਮਾਂ ਉਦੋਂ ਵੀ ਨਹੀਂ ਮੁੱਕਦੀਆਂ ਜਦੋਂ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਜਾਏ। ਕੌਮਾਂ ਉਦੋਂ ਵੀ ਨਹੀਂ ਮੁੱਕਦੀਆਂ ਜਦੋਂ 10 ਸਾਲ ਸਿੱਖ ਨੌਜਵਾਨੀ ਦਾ ਪੂਰੀ ਤਰ੍ਹਾਂ ਸ਼ਿਕਾਰ ਕੀਤਾ ਗਿਆ ਹੋਵੇ। ਕੌਮਾਂ ਉਦੋਂ ਮੁੱਕਦੀਆਂ ਹਨ ਜਦੋਂ ਕੌਮ ਦੇ ਮੂਲ ਸਿਧਾਂਤਾਂ ਦੇ ਵਿੱਚ ਮਿਲਾਵਟ ਕਰ ਦਿੱਤੀ ਜਾਏ, ਫਿਰ ਕੌਮਾਂ ਮੁੱਕਦੀਆਂ ਹਨ। ਕੌਮਾਂ ਸਖਤੀ ਨਾਲ ਨਹੀਂ ਮੁੱਕਦੀਆਂ। ਕੌਮਾਂ ਹਮੇਸ਼ਾ ਅੰਦਰਲੀ ਵਿਚਾਰਧਾਰਾ ਦੇ ਵਿੱਚ ਬਿਲਗੋਬੇ ਨਾਲ ਮੁੱਕਦੀਆਂ। ਜਿਹੜਾ ਯਤਨ ਅੱਜ ਕੀਤਾ ਜਾ ਰਿਹਾ ਹੈ ਔਰ ਜਿਸ ਯਤਨ ਵਿੱਚੋਂ ਉਹਨਾਂ ਗੁਰੂ ਪਿਆਰਿਆਂ ਨੇ, ਸਿੰਘ ਸਭਾ ਲਹਿਰ ਦੇ ਉਹਨਾਂ ਮਹਾਨ ਯੋਧਿਆਂ ਨੇ ਮੈਂ ਲਫ਼ਜ਼ ਵਰਤ ਰਿਹਾ ਹਾਂ, ਉਹਨਾਂ ਨੇ ਇਸ ਘੋਲ ਮਕੋਲਾ ਜਿਹੜਾ ਕਰ ਦਿੱਤਾ ਸੀ, ਉਹਦੇ ਵਿੱਚੋਂ ਸਾਡੀ ਵਜੂਦ ਹਸਤੀ ਨੂੰ ਜਿਹੜਾ ਇੱਕ ਸੰਦੇਹ ਜਿਹਾ ਉਹਦੇ ਤੇ ਪ੍ਰਗਟ ਹੋਣ ਲੱਗ ਪਿਆ ਸੀ। ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ ਗ੍ਰੰਥ ਉਸ ਵੇਲੇ ਉਹਨਾਂ ਨੇ ਮੌਜੂਦ ਹੈ, ਸੰਤਾਂ ਸਾਧੂਆਂ ਵੱਲੋਂ ਸਵੇਰੇ ਸ਼ਾਮ ਕਥਾ ਵਾਰਤਾ, ਸਧਾਰਨ ਤੌਰ ਤੇ ਭਾਵੇਂ ਆਮ ਲੋਕਾਂ ਦੀ ਬੜੀ ਇੰਟਰਸਟਿੰਗ ਜੀ ਹੁੰਦੀ ਸੀ ਸਾਖੀਆਂ ਦੀ ਗੱਲ, ਪਰ ਜਿਹੜੇ ਹੰਸ ਦੀ ਬਿਰਤੀ ਰੱਖਦੇ ਹਨ, ਉਹ ਹੰਸ ਦੀ ਬਿਰਤੀ ਨਹੀਂ ਸੀ ਉਹਨਾਂ ਦੇ ਵਿੱਚ, ਜਿਹਦੇ ਨਾਲ ਉਹ ਚੱਲ ਰਹੀਆਂ ਪ੍ਰਥਾ ਨਾਲੋਂ ਸਿੱਖਾਂ ਉੱਤੇ
ਮਾਰੂ ਅਸਰ ਕਰਨ ਵਾਲੇ ਉਸ ਇਤਿਹਾਸ ਦੇ ਵਿੱਚੋਂ ਆਪਣੇ ਆਪ ਨੂੰ ਵੱਖ ਕਰ ਸਕਦੇ ਕਿ ਹੰਸ ਬਿਰਤੀ ਨਹੀਂ ਸੀ। ਤੇ ਜਦੋਂ ਹੰਸ ਬਿਰਤੀ ਪ੍ਰਗਟ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਜੇ ਅਸੀਂ ਦੇਖਦੇ ਹਾਂ ਉਹਨਾਂ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਜੋ ਮੈਂ ਆਪ ਕਥਾ ਸੁਣੀ ਜਦੋਂ ਮੈਂ ਨਵਾਂ ਅਜੇ ਪਹਿਲੀ ਦਿਨ ਹੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਇਹ ਕਹਿ ਸਕਦਾ ਹਾਂ ਵੀ ਪਹਿਲੇ ਦਿਨ ਕਥਾ ਸੁਣਨ ਸ਼ਾਮ ਨੂੰ ਗਏ। ਜਦੋਂ ਅਸੀਂ ਮੂਵ ਕੀਤਾ ਨਵੇਂ ਸ਼ਹਿਰ ਦੇ ਵਿੱਚ ਤਾਂ ਉੱਥੇ ਸ਼ਾਮ ਨੂੰ ਕਥਾ ਹੁੰਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੜਮਾਈ ਦੀ ਕਥਾ ਹੁੰਦੀ ਸੀ, ਜਿੱਥੇ ਚ ਸਤਿਗੁਰੂ ਜੀ ਦੇ ਟਿੱਕੇ ਲਾਉਣ ਦਾ, ਸਗਨ ਦੇਣ ਦਾ, ਸਿਹਰਿਆਂ ਦੀ ਗੱਲ ਤੇ ਕਈ ਕੁਛ ਜਿਹੜਾ ਸੁਣਾਇਆ ਜਾ ਰਿਹਾ ਸੀ। ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਗੁਰੂ ਸਾਹਿਬਾਨ ਦੇ ਵਿਆਹ ਸ਼ਾਦੀਆਂ ਸਮੇਂ ਰਾਜਸੀ ਡੰਬਰ ਦੇ ਠਾਠ, ਬ੍ਰਾਹਮਣੀ ਰੀਤਾਂ, ਰਸਮਾਂ ਰਿਵਾਜ, ਗੁਰੂ ਪਰਿਵਾਰਾਂ ਦੇ ਸੰਸਕਾਰ, ਜਿਹੜੇ ਕਈ ਕਥਨੀਆਂ, ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੁਰਗਾ ਪੂਜਨ ਦਾ ਪ੍ਰਸੰਗ ਜਿਹੜਾ ਸੀ ਉਹ ਇੰਨਾ ਵਧਾ ਚੜਾ ਕੇ ਲਿਖ ਦਿੱਤਾ, ਜਿਵੇਂ ਦਸ਼ਮੇਸ਼ ਜੀ ਨੇ ਆਪਣੇ ਵੱਡਿਆਂ ਨਾਲ ਗੁਰੂ ਨਾਨਕ ਪੰਥ ਦੇ ਸਮਰਥਕ ਹੋਣ ਦੀ ਥਾਂ ਦੇ ਉੱਤੇ ਕਿਸੇ ਹੋਰ ਮਤ ਦੇ ਧਾਰਨੀ ਬਣ ਗਏ ਹੋਣ। ਇਸ ਤਰੀਕੇ ਨਾਲ ਉਹਨਾਂ ਗ੍ਰੰਥਾਂ ਵਿੱਚ ਜਿਹੜਾ ਦੁਰਗਾ ਪੂਜਨ ਦਾ ਪ੍ਰਸੰਗ ਜਿਹੜਾ ਸੀ ਇਸ ਢੰਗ ਨਾਲ ਬਿਆਨ ਕੀਤਾ ਗਿਆ ਹੈ। ਤਾਂ ਮੈਂ ਬੇਨਤੀ ਕਰਦਿਆਂ ਵੀ ਇਹ ਇੰਨੀ ਜਦੋਂ ਮਿਲਾਵਟ ਆ ਜਾਂਦੀ ਹੈ ਉੱਥੋਂ ਫਿਰ ਕੌਮਾਂ ਨੂੰ ਕੱਢ ਸਕਣਾ ਥੋੜਾ ਮੁਸ਼ਕਲ ਜ਼ਰੂਰ ਹੁੰਦਾ, ਪਰ ਅਸੰਭਵ ਨਹੀਂ ਹੁੰਦਾ। ਇਤਿਹਾਸ ਵਿੱਚ ਦਖਲ ਕੀਤੇ ਗਏ ਇੰਨੇ ਭੁਲੇਖੇ, ਇੰਨੇ ਭਰਮ ਭੁਲੇਖੇ ਪਾ ਦਿੱਤੇ ਗਏ, ਤਾਂ ਉਹਨਾਂ ਪ੍ਰਸੰਗਾਂ ਨੂੰ ਸਾਹਮਣੇ ਰੱਖ ਕੇ ਹੀ ਸਿੰਘ ਸਭਾ ਲਹਿਰ ਦੇ ਉਹਨਾਂ ਸੇਵਕਾਂ ਨੇ ਲੇਖਾਂ ਰਾਹੀਂ, ਲੈਕਚਰਾਂ ਰਾਹੀਂ, ਜਿਵੇਂ ਅੱਜ ਅਸੀਂ ਛੋਟਾ ਜਿਹਾ ਯਤਨ ਕਰ ਰਹੇ ਹਾਂ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ, ਉਹਨਾਂ ਭਾਸ਼ਣਾਂ ਰਾਹੀਂ, ਕਿਤਾਬਾਂ ਰਾਹੀਂ, ਛੋਟੇ ਟਰੈਕਟਾਂ ਰਾਹੀਂ ਇਹ ਸ਼ੰਕੇ ਜਿਹੜੇ ਦੂਰ ਕਰਨ ਦਾ ਇੱਕ ਯਤਨ ਨਿਮਾਣਾ ਜਿਹਾ ਉਸ ਵੇਲੇ ਕੀਤਾ ਸੀ। ਇਹਨਾਂ ਵਿੱਚੋਂ ਅਨੇਕਾਂ ਲੇਖਾਂ ਤੇ ਭਾਸ਼ਣਾਂ ਤੋਂ ਇਲਾਵਾ ਭਾਈ ਦਿੱਤ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਗਿਆਨੀ ਦਿੱਤ ਸਿੰਘ ਜੀ ਵੀ ਕਹਿੰਦੇ ਹਾਂ, ਉਹਨਾਂ ਨੇ ਇੱਕ ਗ੍ਰੰਥ ਲਿਖਿਆ ਦੁਰਗਾ ਪ੍ਰਬੋਧ ਗ੍ਰੰਥ, ਖਾਸ ਕਰਕੇ ਇੱਕ ਮਹੱਤਵਪੂਰਨ ਸਥਾਨ ਜਿਹੜਾ ਹੈ ਉਹ ਰੱਖਦਾ ਹੈ, ਜਿਹਦੇ ਵਿੱਚ ਉਹਨਾਂ ਨੇ ਛਾਨਣੀ ਲਾ ਕੇ ਸਾਰਾ ਕੁਝ ਚੁਣ ਕੇ ਰੱਖ ਦਿੱਤਾ। ਇਸ ਪ੍ਰਥਾ ਨੂੰ ਪਿੱਛੋਂ ਜਾ ਕੇ ਭਾਈ ਵੀਰ ਸਿੰਘ ਜੀ ਨੇ ਵੀ ਦੇਵੀ ਪੂਜਨ ਪੜਤਾਲ ਪੁਸਤਕ ਰਚ ਕੇ ਅੱਗੇ ਹੋਰ ਵਧਾਇਆ, ਜਿਹੜੀ ਭਾਈ ਗਿਆਨੀ ਦਿੱਤ ਸਿੰਘ ਜੀ ਦਾ ਲਿਖਿਆ ਹੋਇਆ ਗ੍ਰੰਥ ਹੈ। ਗੁਰਪ੍ਰਤਾਪ ਸੂਰਜ ਦੀ ਸੰਪਾਦਨਾ ਸਮੇਂ ਉਹ ਜਿਹੜੇ ਅਨੇਕਾਂ ਫੁੱਟਨੋਟ ਦਿੱਤੇ ਹਨ, ਇਹ ਮੈਂ ਬੇਨਤੀ ਕਰਦਿਆਂ ਕਿ ਇਹ ਸਿੰਘ ਸਭਾ ਲਹਿਰ ਦੀ ਦ੍ਰਿਸ਼ਟੀਕੋਣ ਦਾ ਹੀ ਇੱਕ ਪ੍ਰਤੀਕਰਮ ਹਨ। ਹੁਣ ਜਿਹੜੇ ਨਵੇਂ ਫੁੱਟਨੇਟ ਉਹਨਾਂ ਦੇ ਵਿੱਚ ਪਾਏ ਗਏ ਹਨ, ਉਸ ਲਹਿਰ ਦੇ ਵਿੱਚ ਦੀ ਇਹ ਦੇਣ ਸਾਨੂੰ ਮੰਨੀ ਜਾ ਸਕਦੀ ਹੈ। ਇਤਿਹਾਸਿਕ ਪੱਖ ਤੋਂ ਆਪਾਂ ਹੋਰ ਅੱਗੇ ਨੂੰ ਚੱਲੀਏ ਤਾਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਹਾਫਜ਼ਾਬਾਦੀ ਜਨਮ ਸਾਖੀ, ਜੋ ਹੁਣ ਪੁਰਾਤਨ ਜਨਮ ਸਾਖੀ ਕਰਕੇ ਜਿਹਦਾ ਨਾਮ ਜਿਹੜਾ ਜਾਣਿਆ ਜਾਂਦਾ ਹੈ, ਉਹਦਾ ਨਾਮ ਪਹਿਲਾਂ ਹਾਫਜ਼ਾਬਾਦੀ ਜਨਮ ਸਾਖੀ ਸੀ। ਤੇ ਉਹਦੇ ਛਾਪਣ ਦੇ ਪਹਿਲੇ ਯਤਨਾਂ ਤੋਂ ਹੱਥ ਲਿਖਤ ਪੁਸਤਕਾਂ ਛਾਪਣ ਦੇ ਸੰਪਾਦਨ ਕਰਨ ਦੀ ਲੜੀ ਤੁਰਦੀ ਹੈ। ਇੱਥੋਂ ਲੜੀ ਤੁਰਦੀ ਹੈ ਜਿਹੜੀ ਉਹਨਾਂ ਨੇ ਇਹ ਹਾਫਜ਼ਾਬਾਦੀ ਜਨਮ ਸਾਖੀ ਦੇ ਛਾਪਣ ਦੇ ਪਹਿਲੇ ਯਤਨਾਂ ਤੋਂ ਹੱਥ ਲਿਖਤ ਜਿਹੜੀ ਸੀ ਹੱਥਾਂ ਨਾਲ ਲਿਖ ਕੇ ਵੀ ਉਹਨਾਂ ਨੇ ਕੰਮ ਕੀਤਾ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀਆਂ ਖੋਜਾਂ ਤਾਂ ਸਿੱਖ ਇਹ ਕਾਰਜ ਜਿਹੜਾ ਕਹਿ ਸਕਦਾ ਸਿੱਖ ਇਤਿਹਾਸ ਨੂੰ ਛਾਣਪੁਣ ਦਾ ਕਰਦਾ ਤਾਂ ਸਿਖਰਾਂ ਤੇ ਜਾ ਕੇ ਪਹੁੰਚ ਸਕਦਾ ਹੈ। ਤੇ ਕਰਮ ਸਿੰਘ ਹਿਸਟੋਰੀਅਨ ਹੀ ਹਨ ਜਿਨ੍ਹਾਂ ਨੇ ਕੱਤੇ ਕੇ ਵਿਸਾਖ ਪੁਸਤਕ ਲਿਖ ਕੇ ਇੱਕ ਚੈਲੰਜ ਕਰ ਦਿੱਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੀ ਤਰੀਕ ਜਿਹੜੀ ਹੈ ਉਹ ਕੀ ਹੈ, ਅਸੀਂ ਕਦੋਂ ਮਨਾ ਰਹੇ ਹਾਂ। ਉਹਨਾਂ ਦੀ ਕਿਤਾਬ ਜਿਹੜੀ ਕੱਤਕ ਕੇ ਵਿਸਾਖ ਲਿਖੀ ਮਿਲਦੀ ਹੈ ਇਤਿਹਾਸ, ਆਪ ਜੀ ਉਹ ਵੀ ਕਿਤੇ ਨਾ ਕਿਤੇ ਸਮਾਂ ਮਿਲੇ ਤਾਂ ਜ਼ਰੂਰ ਪੜ੍ਹਿਆ ਕਰੋ। ਪੜ੍ਹਨ ਦੀ ਰੁਚੀ ਥੋੜੀ ਜਿਹੀ ਬਣਾਈਏ ਤਾਂ ਫਿਰ ਸਾਡੇ ਇਤਿਹਾਸ ਦੀ ਸਾਨੂੰ ਜਾਣਕਾਰੀ ਜ਼ਰੂਰ ਹੋ ਜਾਏਗੀ। ਉਹਨਾਂ ਵਿਦਵਾਨਾਂ ਦਾ ਜਿਨ੍ਹਾਂ ਨੇ ਆਪਣੀ ਜੀਵਨ ਲਾ ਕੇ ਕੌਮੀ ਇਸ ਸਾਰੇ ਕੌਮੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਔਰ ਕੌਮੀ ਇਮਾਰਤ ਖੜੀ ਕੀਤੀ, ਉਹਨਾਂ ਵਿਦਵਾਨਾਂ ਦੇ ਵੱਲੋਂ ਰਚੇ ਹੋਏ ਇਤਿਹਾਸ ਨੂੰ ਤਾਂ ਪੜ੍ਹਨਾ ਜ਼ਰੂਰੀ ਚਾਹੀਦਾ ਹੈ। ਤਾਂ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਕਰਮ ਸਿੰਘ ਹਿਸਟੋਰੀਅਨ ਦੀਆਂ ਰਚਨਾਵਾਂ ਦਾ ਫਾਇਦਾ ਉਠਾਉਣ ਦੇ ਲਈ ਖਾਲਸਾ ਕਾਲਜ ਦੇ ਵਿੱਚ ਇੱਕ ਹਿਸਟਰੀ ਡਿਪਾਰਟਮੈਂਟ ਵੀ ਜਿਹੜਾ ਸੀ ਉਹ ਵੀ ਕਾਇਮ ਕੀਤਾ ਗਿਆ 1931 ਦੇ ਵਿੱਚ ਜਾ ਕੇ। 1931 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇਤਿਹਾਸ ਦਾ ਇੱਕ ਵੱਖਰਾ ਡਿਪਾਰਟਮੈਂਟ ਵੀ ਜਿਹੜਾ ਫਿਰ ਬਣਾਇਆ ਗਿਆ। ਤਾਂ ਇਸ ਮਹਿਕਮੇ ਦੀ ਜਿਹੜੀ ਸਥਾਪਨਾ ਉਹ ਸਿੰਘ ਸਭਾ ਲਹਿਰ ਦੇ ਖੋਜੀਆਂ ਦੇ ਯਤਨ ਦਾ ਹੀ ਇੱਕ ਫਲ ਸੀ, ਕਿਉਂਕਿ ਖਾਲਸਾ ਕਾਲਜ ਵੀ ਆਪ ਜੀ ਨੇ ਉਹਦੀ ਹਿਸਟਰੀ ਸੁਣ ਲਈ ਹੈ ਪਿਛਲੀਆਂ ਵਿਚਾਰਾਂ ਦੇ ਵਿੱਚ ਕਿ ਖਾਲਸਾ ਕਾਲਜ ਵੀ ਸਿੰਘ ਸਭਾ ਲਹਿਰ ਦੀ ਇੱਕ ਮਹਾਨ ਦੇਣ ਸੀ ਵਿਦਿਆ ਦੇ ਖੇਤਰ ਵਿੱਚ ਸਿੱਖੀ ਨੂੰ। ਤਾਂ ਇਹ ਖਾਲਸਾ ਲਹਿਰ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਫਿਰ ਹਿਸਟਰੀ ਦਾ ਇੱਕ ਵੱਖਰਾ ਡਿਪਾਰਟਮੈਂਟ ਕਾਇਮ ਕਰਨਾ ਵੀ ਇਹ ਸਿੰਘ ਸਭਾ ਲਹਿਰ ਦੇ ਭਾਵੇਂ 1931 ਵਿੱਚ ਜਾ ਕੇ ਹੋਇਆ, ਪਰ ਉਹਨਾਂ ਦੀ ਇਹ ਇੱਛਾ ਸੀ ਜਿਹੜੀ ਸੀ ਸ਼ੁਰੂ ਤੋਂ ਹੀ ਸੀ
ਵੀ ਇਤਿਹਾਸ ਨੂੰ ਕਿਵੇਂ ਪਰਖਿਆ ਜਾਵੇ, ਉਹ ਤੇ ਡਿਪਾਰਟਮੈਂਟ ਵੀ ਉਹਦੇ ਚ ਬਣਾਇਆ ਗਿਆ। ਆਪਣੇ ਪੁਰਾਣੇ ਇਤਿਹਾਸਕ ਤੱਥਾਂ ਨੂੰ ਸੋਧਣ ਦੇ ਨਾਲ ਹੋਰਨਾਂ ਧਰਮਾਂ ਬਾਰੇ ਜਾਣਕਾਰੀ, ਖਾਸ ਕਰਕੇ ਅਨਮਤੀਆਂ ਦੇ ਸਿੱਖ ਧਰਮ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਉੱਤਰ ਵਿੱਚ ਲਿਖੇ ਗ੍ਰੰਥ ਹੁਣ ਵੀ ਲੋੜ ਪਏਗੀ, ਹੁਣ ਵੀ ਲਿਖਣ ਦੀ ਲੋੜ ਹੈ, ਜਵਾਬ ਦੇਣੇ ਪੈਣਗੇ। ਨਹੀਂ ਤਾਂ ਅਸੀਂ दीने इलाही का विभाग बेड़ा ना जेहू में अटका न सेहू में अटका कि ये पार दिसने ते सातों समुंदर वो डूबा दहाने गंगा में आकर कि गंगा दी लहरां विच ये भी होर भी ਅਸੀਂ ਡੁੱਬ ਜਾਵਾਂਗੇ। ਜਿਹੜੀ ਖਿਆਲ ਕਰਨਾ ਇਹ ਗੱਲਾਂ ਸਾਨੂੰ ਕੇਵਲ ਲੈਕਚਰ ਦੇ ਤੱਕ ਸੀਮਤ ਨਹੀਂ ਹਨ ਵੀ ਆਪਾਂ ਨੂੰ ਲੈਕਚਰ ਕਰ ਦਈਏ। ਕੱਲਾ ਸਿੱਖ ਜਿਹੜਾ ਹੈ ਉਹਨੂੰ ਅੱਜ ਇਹ ਗੱਲਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਪਏਗੀ, ਔਰ ਕੱਲੇ ਆਪ ਪਹਿਰਾ ਦੇਣ ਦੀ ਲੋੜ ਨਹੀਂ ਪਏਗੀ, ਆਪਣੇ ਆਸ-ਪਾਸ ਆਪਣੇ ਗੁਆਂਢੀਆਂ ਨੂੰ ਵੀ ਇਸ ਉਹਦੇ ਹਮਲਿਆਂ ਤੋਂ ਸੁਚੇਤ ਕਰਨ ਦੀ ਲੋੜ ਪਵੇਗੀ, ਤਦ ਕਿ ਅਸੀਂ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕੀਏ, ਬਚਾ ਸਕੀਏ। ਤਾਂ ਇਹ ਉਸ ਵੇਲੇ ਜਿਹੜੇ ਗ੍ਰੰਥ ਜਿਹੜੇ ਲਿਖੇ ਸਿੰਘ ਸਭਾ ਲਹਿਰ ਨੇ, ਉਹਨਾਂ ਦੇ ਹਮਲੇ ਜਿਹੜੇ ਕੀਤੇ ਜਾ ਰਹੇ ਸਨ, ਉਹਨਾਂ ਦੇ ਉੱਤਰ ਚ ਲਿਖੇ ਗ੍ਰੰਥ ਉਸ ਵੇਲੇ ਦੇ ਇਹ ਕਹਿ ਸਕੀਏ ਵੀ ਤੁਲਨਾਤਮਕ ਅਧਿਐਨ ਜਿਹੜਾ ਸੀ ਕਰਕੇ ਦਿਖਾਇਆ, ਕੰਪੈਰੀਟਿਵ ਸਟੱਡੀ ਕਰਕੇ ਦਿਖਾਈ ਉਹਨਾਂ ਨੇ। ਸਿੰਘ ਸਭਾ ਲਹਿਰ ਦੇ ਜਿਹੜੇ ਗੁਰਮੁਖ ਪਿਆਰੇ ਸਨ, ਉਹਨਾਂ ਨੇ ਇੰਨੇ ਕੁ ਯਤਨ ਕੀਤੇ। ਮੈਂ ਫਿਰ ਬੇਨਤੀ ਕਰਦਿਆਂ ਵੀ ਸ਼ਾਇਦ ਅੱਜ ਦੇ ਸਮੇਂ ਵਿੱਚ ਉਹੋ ਜਿਹੇ ਵਿਦਵਾਨ ਜਾਂ ਸਿੱਖ ਹਤੈਸ਼ੀ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਬੈਟਰੀਆਂ ਮਾਰ ਕੇ ਵੀ ਨਾ ਮਿਲ ਸਕਣ। ਜੋ ਉਹਨਾਂ ਦਾ ਪਿਆਰ ਸੀ, ਉਹਨਾਂ ਦਾ ਜਜ਼ਬਾ ਸੀ, ਉਹਨਾਂ ਦੀ ਤਾਂਘ ਸੀ ਕੌਮ ਦੇ ਪ੍ਰਤੀ, ਉਹਨਾਂ ਦਾ ਜਿਹੜਾ ਸਿੱਖੀ ਦੇ ਨਾਲ ਸਨੇਹ ਸੀ, ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਉਸਨੇ ਅੱਜ ਬਹੁਤ ਸਾਰਾ ਸਾਡੇ ਵਿੱਚੋਂ ਅਲੋਪ ਹੋ ਚੁੱਕਾ ਹੈ। तो ਵੱਡੇ ਗ੍ਰੰਥਾਂ ਤੋਂ ਇਲਾਵਾ ਛੋਟੇ ਪੈਫਲੇਟ ਭਾਰੀ ਗਿਣਤੀ ਜੋ ਉਸਲੇ ਛਾਪੇ ਗਏ, ਲਿਖੇ ਗਏ, ਜੋ ਗ੍ਰੰਥਾਂ ਤੋਂ ਫਿਰ ਤੋਂ ਟਰੈਕਟ ਦਾ ਭਾਵੇਂ ਛੋਟੇ ਹੀ ਹੁੰਦੇ ਸਨ, ਪਰ ਖਿਆਲ ਕਰਨਾ ਗਿਆਨ ਦੇ ਵੱਡੇ ਵਿਸ਼ਿਆਂ ਦਾ ਨਿਚੋੜ ਸੀ। ਬਸ ਇਸੇ ਚੀਜ਼ ਤੋਂ ਸਿੱਖਿਆ ਲੈ ਕੇ ਕਿ ਮਿਸ਼ਨਰੀ ਕਾਲਜ ਅੱਜ ਛੋਟੇ ਟਰੈਕਟ ਬਣਾ ਕੇ ਇੱਕ ਕਿਤਾਬ ਦਾ ਇੱਕ ਅੱਖਰ ਜਿਹੜਾ ਹੈ ਉਹ ਪੜ੍ਹਨ ਵਾਲਾ ਹੁੰਦਾ ਹੈ, ਜਿਨ੍ਹਾਂ ਦੇ 400 ਦੇ 70 ਦੇ ਕਰੀਬ ਕਿਤਾਬਾਂ ਅੱਜ ਤੱਕ ਛਾਪੀਆਂ ਹਨ। ਪਰ ਛੋਟੀਆਂ ਕਿਤਾਬਾਂ, ਕਿਸੇ ਨੂੰ 40 ਪੇਜ ਦੀ, ਕੋਈ 50 ਪੇਜ ਦੀ, ਕੋਈ 100 ਪੇਜ ਦੀ, ਇਸ ਢੰਗ ਨਾਲ ਪੰਨਿਆਂ ਦੀਆਂ ਕਿਤਾਬਾਂ, ਇਹ ਸਿੰਘ ਸਭਾ ਲਹਿਰ ਦੀ ਜੋ ਚਲਾਈ ਹੋਈ ਪਰੰਪਰਾ ਸੀ, ਉਹਦੇ ਵਿੱਚੋਂ ਹੀ ਅਸੀਂ ਇਹ ਸੇਧ ਲੈ ਕੇ ਜਿਹੜੇ ਮਿਸ਼ਨਰੀ ਕਾਲਜ ਹਨ, ਇਹਨਾਂ ਦੇ ਛੋਟੇ ਟਰੈਕਟ ਛਾਪ ਕੇ, ਪਰ ਗਿਆਨ ਦੇ ਇਸ ਪੱਖ ਤੋਂ ਇੱਕ ਵੱਡਾ ਸਾਗਰ ਜਿਹੜਾ ਹੈ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਗਾਗਰ ਵਿੱਚ ਸਾਗਰ ਭਰਨ ਦਾ ਕੰਮ ਜਿਹੜਾ ਹੈ, ਇਹ ਸਾਡੇ ਪ੍ਰਾਣ ਵੀਰਾਂ ਨੇ, ਜਿਹੜੇ ਸਾਡੇ ਤੋਂ ਪੁਰਾਣੇ ਹਨ ਮਿਸ਼ਨਰੀ, ਜਿਨ੍ਹਾਂ ਨੇ ਲਹਿਰਾਂ ਚਲਾਈਆਂ, ਉਹਨਾਂ ਨੇ ਕੰਮ ਕੀਤਾ। ਸੱਚਮੁੱਚ ਉਹਨਾਂ ਦੀ ਮਿਹਨਤ ਨੂੰ ਜਦੋਂ ਮੈਂ ਵੇਖਦਾ ਹਾਂ ਤਾਂ ਫਿਰ ਮੈਨੂੰ ਉਹਨਾਂ ਵਿੱਚੋਂ ਸਿੰਘ ਸਭਾ ਲਹਿਰ ਦੇ ਉਹਨਾਂ ਆਗੂਆਂ ਦੇ ਜੀਵਨ ਦੀ ਇੱਕ ਝਲਕ ਜਿਹੀ ਨਜ਼ਰ ਆਉਂਦੀ ਹੈ ਵੀ ਜੇ ਇਸ ਸਮੇਂ ਵਿੱਚ ਜਦੋਂ ਬਹੁਤ ਸਾਡੇ ਕੋਲ ਸਾਡੇ ਸਾਧਨ ਹਨ, ਸਾਡੇ ਕੋਲ ਪ੍ਰੈਸਾਂ ਹਨ, ਸਾਡੇ ਕੋਲ ਹਰ ਚੀਜ਼ ਹੈ, ਉਦੋਂ ਕੰਮ ਕਰਨਾ ਸੌਖਾ ਹੋ ਗਿਆ ਸੀ। ਪਰ ਜਦੋਂ ਸਿੰਘ ਸਭਾ ਲਹਿਰ ਵਾਲਿਆਂ ਨੇ ਕੰਮ ਕੀਤਾ, ਉਦੋਂ ਤਾਂ ਹੱਥਾਂ ਨਾਲ ਲਿਖਿਆ ਜਾਂਦਾ ਸੀ। ਹੱਥਾਂ ਤੋਂ ਬਾਅਦ ਛਾਪੇ ਜਾ ਕੇ 1885 ਦੇ ਵਿੱਚ ਪਹਿਲੀ ਵਾਰੀ ਛਾਪੇਖਾਨੇ ਦੀ ਗੱਲ ਸਿੰਘ ਸਭਾ ਲਹਿਰ ਨੇ ਵਰਤਣ ਦੀ ਗੱਲ ਕੀਤੀ। ਤਾਂ ਮੇਰਾ ਕਹਿਣ ਦਾ ਮਤਲਬ ਕਿੰਨੇ ਕੁ ਡੈਡੀਕੇਟਡ ਸਿੱਖ ਹੋਣਗੇ, ਕਿੰਨਾ ਕਿ ਇਹਨਾਂ ਸਿੱਖਾਂ ਦੇ ਜੀਵਨ ਵਿੱਚੋਂ ਖੁਸ਼ਬੂ ਆਉਂਦੀ ਹੋਵੇਗੀ, ਕਿੰਨਾ ਕਿ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੌਮ ਦੇ ਲਈ ਦਰਦ ਰੱਖਿਆ ਹੋਵੇਗਾ, ਕਿੰਨਾ ਕੁ ਸੀਨੇ ਵਿੱਚ ਆਪਣੀ ਛਾਤੀਆਂ ਵਿੱਚ ਉਹ ਦਰਦ ਨੂੰ ਛੁਪਾ ਕੇ ਰੱਖਿਆ ਹੋਵੇਗਾ, ਜਿਹੜਾ ਇਹਨਾਂ ਦੇ ਟਰੈਕਟਾਂ ਤੋਂ ਜਿਹੜਾ ਨਜ਼ਰ ਆਉਂਦਾ ਹੈ। ਪਰ ਇਹ ਗਿਆਨ ਦੇ ਐਸੇ ਸਾਗਰ, ਇਸ ਟਰੈਕਟਾਂ ਦੇ ਛਾਪਣ ਵਿੱਚ ਖਾਲਸਾ ਟਰੈਕਟ ਸੁਸਾਇਟੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ, ਉਹਦਾ ਵੀ ਮਹਾਨ ਯੋਗਦਾਨ ਰਿਹਾ ਹੈ। ਖਾਲਸਾ ਟਰੈਕਟ ਸੁਸਾਇਟੀ ਦੇ ਹਾਲੇ ਵੀ ਕੁਝ ਪੁਰਾਣੇ ਟਰੈਕਟ ਜਿਹੜੇ ਹਨ ਖਾਲਸਾ ਟਰੈਕਟ ਸੁਸਾਇਟੀ ਅੰਮ੍ਰਿਤਸਰ ਦੇ ਨਾਂ ਤੇ ਮਿਲਦੇ ਹਨ, ਤੇ ਉਹ ਵੀ ਬੜੇ ਕਮਾਲ ਦੇ ਟਰੈਕਟ ਹਨ। ਜੇ ਪੜ੍ਹਨ ਦਾ ਕਿਤੇ ਮਿਲ ਜਾਣ ਤੇ ਪੜ੍ਹਨ ਦਾ ਕੋਈ ਸਮਾਂ ਮਿਲੇ ਤਾਂ ਬਹੁਤ ਕਮਾਲ ਦੇ ਟਰੈਕਟ ਹਨ। ਤਾਂ ਟਰੈਕਟ ਤਾਂ ਮਤਲਬ ਛੋਟੀਆਂ ਕਿਤਾਬਾਂ ਅਸੀਂ ਵੀ ਫ੍ਰੀ ਟਰੈਕਟ ਛਾਪਦੇ ਹਾਂ। ਲਗਭਗ 100 ਦੇ ਕਰੀਬ ਸਾਡੇ ਕੋਲ ਫ੍ਰੀ ਟਰੈਕਟ ਹੈ, ਵੱਖਰੇ ਸਬਜੈਕਟ ਦੇ ਉੱਤੇ, ਜਿਹੜੇ ਅਸੀਂ ਤਕਰੀਬਨ ਹਰ ਮਹੀਨੇ, ਇਹ ਕਹਿ ਲਈਏ ਕਿ ਪਿਛਲੇ 2 ਸਾਲਾਂ ਤੋਂ ਇਹਦੇ ਵਿੱਚ ਰੁਕਾਵਟ ਆ ਗਈ ਕਾਰਨ ਕੋਵਿਡ ਕਰਕੇ, ਨਹੀਂ ਤਾਂ ਹਰ ਮਹੀਨੇ ਤਕਰੀਬਨ 60,000 ਜਾਂ 70,000 ਦੀ ਗਿਣਤੀ 'ਚ ਛਪਾ ਕੇ ਇਹ ਟਰੈਕਟ ਵੰਡੇ ਜਾਂਦੇ ਸਨ, ਤਾਂ ਕਿ ਕੌਮ ਜਿਹੜੀ ਹੈ ਇਹਨਾਂ ਟਰੈਕਟਾਂ ਤੋਂ ਲਾਹਾ ਲਾ ਸਕੇ। ਅਸੀਂ ਇਹ ਗੱਲ ਕਿ ਇੱਕ ਮਹਾਨ ਦੇਣ ਸੀ, ਪੰਥ ਖਾਲਸਾ ਦੀਵਾਨ ਘਸੌੜ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਲਹਿਰ ਦੇ ਵਿੱਚ। ਭਾਈ ਮੋਹਨ ਸਿੰਘ ਵੈਦ ਦੀ ਸੇਵਾ ਜੇ ਅਸੀਂ ਗੱਲ ਕਰੀਏ ਤਾਂ ਕਮਾਲ ਦੀ ਹੈ। ਭਾਈ ਮੋਹਨ ਸਿੰਘ ਵੈਦ ਦੇ ਇਤਿਹਾਸ ਵਿੱਚ ਨਾਂ ਜਿਹੜਾ ਹੈ ਆਉਂਦਾ ਤਰਨਤਾਰਨ ਤੋਂ, ਭਾਈ ਮੋਹਨ ਸਿੰਘ ਵੈਦ ਸਿੱਖੀ ਦੇ ਵੱਖਰੇ ਪਹਿਲੂਆਂ ਨੂੰ
ਨਿਖਾਰਨ, ਪ੍ਰਚਾਰਨ ਤੇ ਸਿਧਾਂਤ ਦੇ ਵਿੱਚ ਪਰਪੱਕ ਜਿਹੜੀਆਂ ਪੁਸਤਕਾਂ ਭਾਈ ਕਾਹਨ ਸਿੰਘ ਜੀ ਨਾਭਾ ਦੀਆਂ ਲਿਖਤਾਂ, ਗੁਰਮਤਿ ਸੁਧਾਕਰ, ਗੁਰਮਤਿ ਪ੍ਰਭਾਕਰ, ਇਹਨਾਂ ਦਾ ਤਾਂ ਮੂਲ ਅਸਥਾਨ ਹੈ ਉਸ ਵੇਲੇ ਦੇ ਸਿੱਖ ਸਾਹਿਤ ਦੇ ਵਿੱਚ। ਉਹਨਾਂ ਦੀ ਲਿਖੀ ਪੁਸਤਕ ਫਿਰ ਜ਼ਿਕਰ ਕਰ ਰਿਹਾ ਹਮ ਹਿੰਦੂ ਨਹੀਂ, ਇਹ ਤਾਂ ਰੋਲ ਘਚੋਲੇ ਵਿੱਚੋਂ ਸਿੱਖੀ ਨੂੰ ਕੱਢਣ ਦਾ ਇੱਕ ਚਾਨਣ ਮਨਾਰਾ ਮੰਨੀ ਜਾਂਦੀ ਹੈ, ਜਿਹੜੀ ਉਸ ਵੇਲੇ ਰੋਲ ਘਚੋਲੇ ਵਿੱਚੋਂ, ਉਸ ਗੰਦਗੀ ਵਿੱਚੋਂ ਕੱਢਣ ਦੇ ਲਈ ਇੱਕ ਚਾਨਣ ਮਨਾਰਾ ਪੁਸਤਕ ਹੈ ਜਿਹੜੀ ਹਮ ਹਿੰਦੂ ਨਹੀਂ ਭਾਈ ਕਾਹਨ ਸਿੰਘ ਨਾਭਾ ਦੀ ਇਹ ਲਿਖਦੀ ਹੈ। ਤੋ ਇਸ ਦੀ ਪ੍ਰੋੜਤਾ ਵਿੱਚ ਫਿਰ ਛਾਪੇ ਗਏ ਤਖਤਾਂ ਦੇ ਹੁਕਮਨਾਮਿਆਂ ਤੇ ਪੰਥਕ ਸੰਸਥਾਵਾਂ ਦੇ ਫੈਸਲਿਆਂ ਨੇ ਫਿਰ ਸੋਨੇ ਤੇ ਸੁਹਾਗੇ ਦਾ ਕੰਮ ਵੀ ਜਿਹੜਾ ਹੈ ਉਹ ਕੀਤਾ ਹੈ। ਤੋ ਇਹ ਪੁਸਤਕ ਜਿਹੜੀ ਹਮ ਹਿੰਦੂ ਨਹੀਂ, ਫਿਰ ਦੁਹਰਾ ਰਿਹਾ ਹਾਂ ਕਿ ਜੇ ਵਸ ਲੱਗੇ ਜ਼ਰੂਰ ਪੜ੍ਹੋ, ਨਹੀਂ ਤਾਂ ਨਿਆਰਾ ਖਾਲਸਾ ਪੁਸਤਕ ਸਿੱਖ ਮਿਸ਼ਨ ਕਾਲਜ ਤੋਂ ਲੈ ਕੇ ਉਹੀ ਆਪਣੀ ਪੜ੍ਹ ਸਕਦੇ ਹੋ। ਗਿਆਨੀ ਗਿਆਨ ਸਿੰਘ ਜੀ ਨੇ ਇਹ ਜਿਤਨੇ ਗ੍ਰੰਥਾਂ ਦੀ ਰਚਨਾ ਕੀਤੀ, ਉਹਨਾਂ ਵਿੱਚੋਂ ਕੁਝ ਸਿੰਘ ਸਭਾ ਲਹਿਰ ਦੇ ਉੱਠਣ ਤੋਂ ਪਹਿਲਾਂ ਦੇ ਗ੍ਰੰਥ ਹਨ ਜਾਂ ਕੁਝ ਆਰੰਭਕ ਸਾਲਾਂ ਦੇ। ਅਸੀਂ ਜਿਹੜੇ ਦੇਖਦੇ ਹਾਂ ਕਿ ਉਹਨਾਂ ਦੀ ਲਿਖਣ ਸ਼ੈਲੀ ਇੱਕ ਜਿਹੜੀ ਉਹਨਾਂ ਦੀ ਲਿਖਣ ਸ਼ੈਲੀ ਹੈ, ਉਹਨਾਂ ਉੱਤੇ ਸਿੰਘ ਸਭਾ ਵਾਲੇ ਸੁਧਾਰਕ ਵਿਚਾਰਾਂ ਦਾ ਪ੍ਰਭਾਵ ਜ਼ਰੂਰ ਦਿਸਦਾ ਹੈ। ਉਹ ਬ੍ਰਿਜ ਭਾਸ਼ਾ ਦੀ ਇੱਕ ਗੂੜੀ ਕਾਵਿ ਸ਼ੈਲੀ ਨੂੰ ਛੱਡ ਕੇ ਸਪਸ਼ਟ ਤੇ ਸਰਲ ਵਾਰਤਾ ਵਿੱਚ ਉਹਨਾਂ ਨੇ ਫਿਰ ਲਿਖਿਆ। ਇੱਥੋਂ ਇਹ ਲੱਗਦਾ ਹੈ ਵੀ ਜਦੋਂ ਤੁਹਾਨੂੰ ਭਾਵੇਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਹਨ, ਪਰ ਇੱਥੋਂ ਜਾਪਦਾ ਹੈ ਜਦੋਂ ਤੁਸੀਂ ਕੁਝ ਲਿਖਣਾ ਸ਼ੁਰੂ ਕਰਦੇ ਹੋ ਤਾਂ ਉਹਦਾ ਪ੍ਰਭਾਵ ਦੂਜੇ ਰਾਈਟਰ ਵੀ ਕਬੂਲ ਲੈਂਦੇ ਹਨ। ਉਹਨਾਂ ਦੀ ਲਿਖਤਾਂ ਵਿੱਚੋਂ ਵੀ ਤੁਹਾਨੂੰ ਫਿਰ ਉਹ ਸਰਲਤਾ ਨਜ਼ਰ ਆਏਗੀ। ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਕਿ ਸਾਡੇ ਬ੍ਰਿਜ ਭਾਸ਼ਾ ਵਾਲਾ ਕੰਮ ਹੁਣ ਕਿਸੇ ਨੇ ਪੜ੍ਹਨਾ ਨਹੀਂ ਹੈ। ਤੋ ਜੇ ਅਸੀਂ ਇਹ ਗੱਲ ਦੇਖਦੇ ਹਾਂ, ਜਿਹੜੀ ਸਿੰਘ ਸਭਾ ਲਹਿਰ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਦੇਣ ਸਾਨੂੰ ਮਿਲਦੀ ਹੈ, ਉਹ ਇਹ ਮਿਲਦੀ ਹੈ ਕਿ ਉਹਨਾਂ ਨੇ ਗੁਰਬਾਣੀ ਦੀ ਕਸਵੱਟੀ ਜਾਂ ਗੁਰਬਾਣੀ ਦੇ ਕਸਵੱਟੀ ਦਾ ਮਤਲਬ ਜਿਹੜੇ ਸਿਧਾਂਤ ਗੁਰਬਾਣੀ ਵਿੱਚ ਦਿੱਤੇ ਗਏ ਹਨ, ਤਾਂ ਉਹਨਾਂ ਦੇ ਵਿੱਚੋਂ ਸਾਨੂੰ ਦੇ ਸਿਧਾਂਤ ਦੇ ਕੇ ਬਿਲਗੋਬਾ ਵਿਚਾਰਧਾਰਾ ਵਿੱਚੋਂ ਕੱਢ ਕੇ ਤੇ ਜਿਹੜੀਆਂ ਰਚਨਾਵਾਂ ਮਨਮਤੀ ਪ੍ਰਭਾਵ ਵਾਲੀਆਂ ਸਿੱਖ ਇਤਿਹਾਸਿਕ ਰਚਨਾਵਾਂ ਗੁਰਬਾਣੀ ਗੁਰੂ ਨੂੰ ਕਸਵੱਟੀ ਬਣਾ ਕੇ ਪਰਖਣ ਨਿਰਖਣ, ਉਹਨਾਂ ਦੀ ਬੋਲੀ ਸਿੰਘ ਸਭਾ ਲਹਿਰ ਦੇ ਨਾਲ ਸੇਵਕਾਂ ਨੇ ਇੱਕ ਨਵੀਂ ਜਾਗਰਤੀ ਸਾਡੇ ਅੰਦਰ ਲੈ ਕੇ ਆਂਦੀ। ਇੱਕ ਪਾਰਖੂ ਬਿਰਤੀ ਦੇ ਨਾਲ ਦੁੱਧ ਤੇ ਪਾਣੀ ਵੱਖਰਾ ਕਰਕੇ, ਨਿਚੋੜ ਕਰਕੇ, ਕੱਚ ਤੇ ਸੱਚ ਦਾ ਤਿਆਗ ਕਰਕੇ ਇਹਨਾਂ ਨੇ ਇਹ ਕਹਿ ਲਈਏ ਕਿ ਅੱਗੇ ਸਾਡੇ ਲਈ ਵੀ ਕਪੂਰ ਨੇ ਪਾ ਦਿੱਤੇ, ਭਲਿਓ ਅੱਖਾਂ ਮੀਟ ਕੇ ਸਾਹਿਤ ਨਾ ਪੜਿਓ, ਦੁੱਧ ਤੇ ਪਾਣੀ ਨੂੰ ਇੱਕੋ ਨਾ ਕਰ ਦਿਓ, ਕੱਚ ਤੇ ਸੱਚ ਨੂੰ ਇੱਕੋ ਜਗ੍ਹਾ ਤੇ ਨਾ ਤੋਲ ਦੇਣਾ, ਕੱਚ ਤੇ ਸੱਚ ਨੂੰ ਵੱਖਰਾ ਕਰਨ ਦੀ ਬੁੱਧੀ ਅੰਦਰ ਪੈਦਾ ਕਰੋ। ਪਤਾ ਲੱਗੇ ਤੁਹਾਡੇ ਸਿਧਾਂਤ ਦੇ ਖਿਲਾਫ ਇਹ ਗੱਲ ਲਿਖੀ ਹੈ, ਉਹਨੂੰ ਛੱਟ ਨੋਟ ਕਰੋ, ਪ੍ਰਗਟ ਕਰੋ। ਇਹ ਅੱਖਾਂ ਮੀਟ ਕੇ ਸਾਹਿਤ ਪੜ੍ਹ ਜਾਣਾ, ਅੱਖਾਂ ਮੀਟ ਕੇ ਆਪਣੇ ਆਪ ਨੂੰ ਇਹ ਸਮਝ ਲੈਣਾ ਵੀ ਅਸੀਂ ਬੜਾ ਕੁਝ ਸਿੱਖ ਲਿਆ ਹੈ, ਇਹ ਗੱਲ ਸਾਡੀ ਕੌਮ ਦੇ ਭਵਿੱਖ ਲਈ ਬਹੁਤ ਹੀ ਮਾੜੀ ਸਾਬਤ ਹੋਏਗੀ ਔਰ ਮਾੜੀ ਹੋ ਰਹੀ ਹੈ ਤੇ ਮਾੜੀ ਸਾਬਤ ਹੁੰਦੀ ਰਹੇਗੀ। ਤੋ ਇਹ ਸਿੰਘ ਸਭਾ ਲਹਿਰ ਦੀ ਇੱਕ ਮਹਾਨ ਦੇਣ ਹੈ ਕਿ ਉਹਨਾਂ ਨੇ ਕੌਮ ਨੂੰ ਦੁੱਧ ਤੇ ਪਾਣੀ ਨੂੰ ਵੱਖਰਾ ਕਰਨ ਦੀ ਗੱਲ ਸਮਝਾ ਦਿੱਤੀ, ਕੱਚ ਤੇ ਸੱਚ ਦੇ ਵਿਹਾਜਨ ਦੀ ਰੁਚੀ ਨੂੰ ਤੀਖਣ ਕਰ ਦਿੱਤਾ, ਜਿਸ ਨਾਲ ਇਹ ਕਹਿ ਲਈਏ ਕਿ ਪਿਛਲਾ ਜਿਹੜਾ ਸਾਰਾ ਸਾਹਿਤ ਸੀ ਉਹ ਪੂਰੀ ਤਰ੍ਹਾਂ ਤਾਂ ਭਾਵੇਂ ਨਾ ਸੋਧਿਆ ਜਾ ਸਕਿਆ, ਨਾ ਹੀ ਉਹਦੇ 'ਚ ਕੋਈ ਸੁਧਾਈ ਕੀਤੀ ਜਾ ਸਕੀ, ਪਰ ਨਵੀਆਂ ਪੁਸਤਕਾਂ ਜਿਹੜੀਆਂ ਸਨ ਉਹ ਜਿਹੜੀਆਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੇ ਇੱਕ ਨਵੀਂ ਚੀਜ਼ ਨੂੰ ਸਾਡੇ ਅੰਦਰ ਪ੍ਰਗਟ ਕਰਕੇ ਪੇਸ਼ ਕਰਕੇ, ਜਾਂ ਇਹ ਕਹਿ ਲਈਏ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਲ ਸਿਧਾਂਤਾਂ ਨੂੰ ਬਿਲਕੁਲ ਨਿਖਾਰ ਕੇ ਸਾਡੇ ਕੌਮ ਦੇ ਸਾਹਮਣੇ ਰੱਖਿਆ, ਜਿਹਦੇ ਵਿੱਚੋਂ ਕੌਮ ਆਪਣੇ ਨਿਆਰੇਪਨ ਦੀ ਝਲਕ ਜਿਹੜੀ ਸੀ ਉਹ ਨਜ਼ਰ ਕਰਨ ਦੇਖਣ ਲੱਗ ਪਈ ਔਰ ਉਹਨਾਂ ਨਜ਼ਰ ਜਿਹੜੀ ਹੈ ਉਹ ਨਜ਼ਰ ਆਵੇ। ਐਸਾ ਸ਼ੀਸ਼ਾ ਸਾਹਮਣੇ ਰੱਖ ਦਿੱਤਾ ਜਿਸ ਸ਼ੀਸ਼ੇ ਵਿੱਚ ਕੋਈ ਹੋਰ ਸ਼ੈਡੋ ਨਹੀਂ ਸੀ, ਜਿਸ ਵਿੱਚ ਹੋਰ ਕੋਈ ਪਰਛਾਵਾਂ ਨਹੀਂ ਸੀ। ਉਹਨਾਂ ਨੇ ਸਿਰਫ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਜਿਹੜਾ ਸੀ ਸਾਡੇ ਸਾਹਮਣੇ ਰੱਖਿਆ। ਇੱਕ ਅਗਲਾ ਨੁਕਤਾ ਹੈ, ਉਹ ਹੈ ਮਰਿਆਦਾਵਾਂ, ਰਸਮੋ ਰਿਵਾਜ ਜਿਹੜੇ ਹਨ, ਇਹ ਕਿਸੇ ਵੀ ਧਰਮ ਦੇ ਅੰਦਰਲੀ ਰੂਹ ਦਾ ਜਾਂ ਫੇਸ ਕਹਿ ਲਵਾਂ ਮੈਂ, ਬਾਹਰਮੁਖੀ ਪ੍ਰਗਟਾਵਾ ਹੁੰਦੀਆਂ ਹਨ। ਜਿਹੜੇ ਅੰਦਰਲੀ ਸਾਡੀ ਰੂਹ ਹੈ ਉਹਦਾ ਬਾਹਰਮੁਖੀ ਪ੍ਰਗਟਾਵਾ ਰਹੁ ਰੀਤਾਂ ਤੇ ਰਸਮੋ ਰਿਵਾਜ ਹੁੰਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਕਰਮਕਾਂਡੀ ਅਡੰਬਰਾਂ, ਵਾਧੂ ਝੰਚਾਂ ਤੋਂ ਰਹਿਤ
ਜੋ ਗੁਰਮੁਖ ਗਾਡੀ ਰਾਹ ਚਲਾਇਆ, ਜੋ ਗੁਰਮੁਖ ਗਾਡੀ ਰਾਹ ਚਲਾਇਆ ਸੀ, ਉਸ ਦੇ ਪਰਮਾਨੀਤ ਤੇ ਸਿਧਾਂਤਕ ਆਧਾਰ ਅਤੇ ਰਹਿਤ ਮਰਿਆਦਾ ਦੇ ਸੰਕੇਤ ਜਿਹੜੇ ਗੁਰੂ ਬਾਬੇ ਨੇ ਸਾਨੂੰ ਬਖਸ਼ਿਸ਼ ਕੀਤੇ ਸਨ, ਸਿੱਖ ਸਾਹਿਤ ਤੇ ਸਿਧਾਂਤਕ ਗ੍ਰੰਥਾਂ, ਰਹਿਤਨਾਮਿਆਂ ਤੇ ਇਤਿਹਾਸਕ ਗ੍ਰੰਥਾਂ ਦੇ ਪ੍ਰਸੰਗਾਂ ਦੇ ਸਾਖੀਆਂ ਦੇ ਰੂਪ ਵਿੱਚ ਜੋ ਪ੍ਰਗਟ ਹੋ ਕੇ ਆਏ, ਉਹਨਾਂ ਵਿੱਚ ਦੇ ਤੋਂ ਜਿਹੜੇ ਅਨਮਤੀ ਪ੍ਰਭਾਵ ਸੀ, ਉਹਨਾਂ ਤੋਂ ਕੱਢ ਕੇ ਨਿਵੇਖਲਾ ਰੂਪ ਸਾਡੇ ਸਾਹਮਣੇ ਪ੍ਰਗਟ ਕੀਤਾ। तो 6वें पातशाह के समकाली इतिहासकार मोहसिन फानी ਜਿਹੜਾ ਹੋਇਆ, ਉਹਨੇ ਆਪਣੀ ਪੁਸਤਕ ਦਬਿਸਤਾਨ ਮਜ਼ਾਹਬ ਦਾ ਗੱਲ ਲਿਖੀ ਹੈ। ਕਹਿੰਦਾ ਨਾਨਕ ਪੰਥੀ ਸਿੱਖ ਹਿੰਦੂਆਂ ਦੇ ਤੀਰਥਾਂ ਤੇ ਦੇਵੀ ਦੇਵਤਿਆਂ ਨੂੰ ਨਹੀਂ ਪੂਜਦੇ, ਸਿੱਖ ਸੰਸਕ੍ਰਿਤ ਨੂੰ ਦੇਵ ਭਾਸ਼ਾ ਨਹੀਂ ਮੰਨਦੇ। ਇਹ 6ਵੇਂ ਪਾਤਸ਼ਾਹ ਦਾ ਸਮਕਾਲੀ ਇਤਿਹਾਸਕਾਰ ਮੋਹਸਿਨ ਫਾਨੀ ਹੈ, ਇਹਨੇ ਬਹੁਤ ਸਾਰਾ ਇਤਿਹਾਸ ਲਿਖਿਆ ਹੈ। ਉਹਦੇ ਵਿੱਚ ਇਹਨੇ ਗੱਲ ਲਿਖੀ ਹੈ, ਜਿਹੜੀ ਦਬਿਸਤਾਨ ਮਜ਼ਾਹਬ ਦਾ ਦੀ ਕਿਤਾਬ ਹੈ, ਉਹ 'ਚ ਲਿਖਦਾ ਕਿ ਨਾਨਕ ਪੰਥੀ ਸਿੱਖ ਹਿੰਦੂਆਂ ਦੇ ਤੀਰਥਾਂ ਤੇ ਦੇਵੀ ਦੇਵਤਿਆਂ ਨੂੰ ਨਹੀਂ ਪੂਜਦੇ, ਸਿੱਖ ਸੰਸਕ੍ਰਿਤ ਨੂੰ ਆਪਣੀ ਦੇਵ ਭਾਸ਼ਾ ਨਹੀਂ ਮੰਨਦੇ। ਇੱਥੋਂ ਨਿਆਰੇਪਨ ਦੀ ਗੱਲ ਸਾਡੀ ਸਾਹਮਣੇ ਆਉਂਦੀ ਹੈ। ਪਰ ਅਸੀਂ ਵੇਖਦੇ ਹਾਂ ਕਿ ਅੱਜ ਨਾਨਕ ਪੰਥੀਆਂ ਦੀ ਇਸ ਧਾਰਨਾ ਅਤੇ ਵਿਰੋਧ ਦੇ ਬਾਵਜੂਦ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਗ ਪਲਟਾਊ ਕਾਰਨਾਮਿਆਂ ਤੇ ਬਾਣਾ ਦੇ ਹੁੰਦਿਆਂ ਹੋਇਆਂ ਵੀ ਜਿਉਂ ਹੀ ਸਿੱਖਾਂ ਵਿੱਚੋਂ 12 ਮਿਸਲਾਂ ਦੇ ਪਿੱਛੋਂ ਰਾਜ ਕਾਜ ਦੇ ਆਪਣੇ ਪੈਰ ਪਸਾਰੇ ਤੇ ਬ੍ਰਾਹਮਣੀ ਧਰਮ ਜਿਹੜਾ ਸੀ, ਉਹ ਕਹਿੰਦੇ ਨੇ ਹੜ੍ਹ ਦੇ ਪਾਣੀ ਵਾਂਗੂ ਉਹ ਫਿਰ ਸਿੱਖੀ ਦੀ ਬਾੜੀ ਉੱਤੇ ਆ ਕੇ ਛਾ ਗਿਆ। ਹੜ੍ਹ ਦੇ ਪਾਣੀ ਵਾਂਗੂ, ਹੜ੍ਹ ਦਾ ਪਾਣੀ ਲਿਹਾਜ਼ ਨਹੀਂ ਕਰਦਾ, ਜਿਹੜਾ ਸਾਹਮਣੇ ਆਉਂਦਾ ਹੈ ਉਹਨੂੰ ਰੋੜ ਕੇ ਲੈ ਜਾਂਦਾ ਹੈ। ਬਿਲਕੁਲ ਕੋਈ ਇਸੇ ਤਰ੍ਹਾਂ ਹੀ ਸਾਡੇ ਨਾਲ ਹੋਇਆ, ਜਿਹੜਾ ਸਿੱਖ ਰਾਜ ਦੇ ਵੇਲੇ ਦੇ ਵਿੱਚ ਇਹ ਹੜ੍ਹ ਦੇ ਪਾਣੀ ਵਾਂਗੂ ਫਿਰ ਸ਼ਾਮਲ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਜ ਵਿੱਚ ਬ੍ਰਾਹਮਣੀ ਧਰਮ ਨੂੰ ਡੋਗਰਸ਼ਾਹੀ ਨਾਲੋਂ ਵੱਧ ਮਹੱਤਵ ਮਿਲਿਆ, ਔਰ ਸਿੱਖੀ ਦੀਆਂ ਰਸਮਾਂ ਰੀਤਾਂ ਤੇ ਮਰਿਆਦਾ ਜਿਹੜੀਆਂ ਸਨ, ਬ੍ਰਾਹਮਣੀ ਮਤ ਦੀ ਨਕਲ ਬਣਦੀਆਂ ਹੌਲੀ ਹੌਲੀ ਉਸਦੇ ਅਸਲੀ ਰੂਪ ਦੀਆਂ ਹੀ ਧਾਰਨੀ ਬਣ ਗਈ। ਨਕਲ ਵੀ ਕਹਿੰਦੇ ਅਸਲ ਹੋ ਜਾਂਦੀ ਹੈ। ਕੁਛ ਇਸ ਢੰਗ ਦੇ ਨਾਲ ਇਹ ਜਿਹੜਾ ਸੀ ਹੌਲੀ ਹੌਲੀ ਉਹ ਰੀਤਾਂ ਰਸਮਾਂ ਰਿਵਾਜਾਂ ਜਿਹੜੀਆਂ ਸੀ ਸਾਡੇ ਅੰਦਰ ਪੱਕੀਆਂ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੇ ਪਰਿਵਾਰ ਦੇ ਜਿੰਨੇ ਵੀ ਵਿਆਹ ਕੀਤੇ, ਉਹ ਇਤਿਹਾਸ ਲਿਖਦਾ ਵੈਦਿਕ ਰੀਤੀ ਅਨੁਸਾਰ ਜਾਂ ਪੰਡਤਾਂ ਪਾਸੋਂ ਸਫੇਰਿਆਂ ਦੇ ਸਮੇਂ ਕਢਾ ਕੇ ਕੀਤੇ। ਮਹਾਰਾਜਾ ਸਾਹਿਬ ਦੇ ਪੋਤੇ ਕਵਰਨੌਰ ਨਿਹਾਲ ਸਿੰਘ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਦਰਬਾਰ ਇਹ ਐਸ਼ਪ੍ਰਸਤੀ ਦੇ ਉਸਦੇ ਸਿਖਰ ਤੇ ਮੰਨਿਆ ਜਾਂਦਾ ਹੈ। ਉਸ ਸ਼ਾਦੀ ਦੇ ਸ਼ਾਹੀ ਠਾਠ ਨਾਲ ਵਾਲੇ ਹਾਲਤ ਲਿਖਦਿਆਂ ਹੋਇਆਂ ਇਤਿਹਾਸਕਾਰਾਂ ਨੇ ਬੜੇ ਹੀ ਗੌਰਵ ਦੇ ਨਾਲ ਇੱਕ ਗੱਲ ਲਿਖੀ ਹੈ ਕਿ ਪਹਿਲਾਂ ਉਹਦੇ 'ਚ ਕਮਾਲ ਦੀ ਗੱਲ ਲਿਖੀ, ਕਹਿੰਦੇ ਪਹਿਲਾਂ ਅੱਧੀ ਰਾਤ ਪਿੱਛੋਂ, ਮੈਂ ਉਹ ਸ਼ਬਦਾਵਲੀ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ, ਪਹਿਲਾਂ ਅੱਧੀ ਰਾਤ ਪਿੱਛੋਂ 1 ਵਜੇ ਫੇਰੇ ਹੋਏ। ਕਹਿੰਦੇ ਇਹ ਵਿਆਹ ਅਟਾਰੀ ਵਾਲੇ ਸਿੱਖ ਸਰਦਾਰ ਦੀ ਧੀ ਨਾਲ ਹੋਇਆ ਸੀ। ਜਿਹੜੇ ਅਟਾਰੀ ਵਾਲੇ ਸਿੱਖ ਸਰਦਾਰਾਂ ਦੀ, ਜਿਹੜੇ ਸ਼ਾਮ ਸਿੰਘ ਅਟਾਰੀ ਦੇ, ਉਹਨਾਂ ਦੀ ਧੀ ਨਾਲ ਹੋਇਆ ਸੀ। ਕਿਸੇ ਹਿੰਦੂ ਰਾਜਪਾਤ ਦੀ ਧੀ ਨਾਲ ਨਹੀਂ ਸੀ ਹੋਇਆ। ਮਰਜ਼ੀ ਵਿਰੁੱਧ ਮਹਾਰਾਜ ਸਾਹਿਬ ਨੇ ਦਖਲ ਦੇਣਾ ਠੀਕ ਸਮਝਿਆ ਹੋਵੇ ਜਾਂ ਇਹ ਦੱਸਿਆ ਹੋਵੇ ਵੀ ਇਹ ਸਿੱਖੀ ਮਰਿਆਦਾ ਨਹੀਂ ਹੈ, ਸਗੋਂ ਫੇਰੇ ਰਾਤ ਨੂੰ 1 ਵਜੇ ਕਰਾਉਣਾ, ਉਹ ਵੀ ਮੁਹੂਰਤ ਕਢਾ ਕੇ, ਤਾਂ ਇਹ ਗੱਲਾਂ ਉਸ ਵੇਲੇ ਵਾਪਰ ਰਹੀਆਂ ਸਨ। ਆਨੰਦ ਕਾਰਜ ਦੀ ਰਸਮ, ਜਿਸ ਬਾਰੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਝਵਾਲ 'ਚ ਆਪਣੀ ਧੀ ਬੀਬੀ ਵੀਰੋ ਦੇ ਆਨੰਦ ਕਾਰਜ ਦੇ ਪ੍ਰਮਾਣ ਇਤਿਹਾਸ ਤੋਂ ਸਾਨੂੰ ਮਿਲਦੇ ਆਉਂਦੇ ਹਨ ਵੀ ਇਹ ਆਨੰਦ ਕਾਰਜ ਦੀ ਰਸਮ ਮਰਿਆਦਾ ਕਿੰਨੀ ਪੁਰਾਣੀ ਸਾਡੇ ਨਾਲ ਚੱਲੀ ਹੁੰਦੀ ਹੈ। ਤਾਂ ਸਿੰਘ ਸਭਾ ਲਹਿਰ ਦੇ ਸਮੇਂ ਇਹ ਤਾਂ ਇੱਕ ਅਨੋਖੀ ਜਿਹੀ ਗੱਲ ਹੀ ਜਾਪਦੀ ਸੀ ਵੀ ਆਨੰਦ ਕਾਰਜ ਵੀ ਹੁੰਦਾ, ਆਨੰਦ ਕਾਰਜ ਵੀ ਹੁੰਦੇ, ਅਲੋਪ ਵੀ ਹੋ ਚੁੱਕੀ ਸੀ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਵੀ ਸਿੱਖਾਂ ਦੇ ਵਿਆਹ ਵੀ ਆਨੰਦ ਕਾਰਜ ਦੇ ਨਾਲ ਨਹੀਂ ਸੀ ਹੁੰਦੇ। ਤੋ ਇੱਕ ਹੋਰ ਲਹਿਰ ਜਿਹੜੀ ਨਿਰੰਕਾਰੀ ਲਹਿਰ ਦੀ ਆਗੂ ਬਾਬਾ ਦਿਆਲ ਤੇ ਰੱਤਾ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਆਨੰਦ ਵਿਆਹ ਦੀ ਲਹਿਰ ਮੁੜ ਜਾਰੀ ਕਰਨ ਦੀ ਗੱਲ ਜਿਹੜੀ ਸੀ ਕਹੀ ਸੀ ਕਿ ਇਹ ਜਿਹੜੇ ਰਾਵਲਪਿੰਡੀ ਦੇ ਸਹਿਜਧਾਰੀ ਸਿੱਖਾਂ ਦੀ ਗੱਲ ਕਰ ਰਿਹਾ ਹਾਂ, ਜਿਹੜੇ ਉਹਨਾਂ ਦੇ ਜਿਹੜੇ ਨਿਰੰਕਾਰੀ ਲਹਿਰ ਦੇ ਆਗੂ ਬਾਬਾ ਦਿਆਲ ਤੇ ਦਿਆਲ ਜੀ ਰੱਤਾ ਜੀ ਸਨ, ਉਹਨਾਂ ਨੇ ਸਿੱਖਾਂ ਨੂੰ ਆਨੰਦ ਵਿਆਹ ਦੀ ਨਾਲ ਵਿਆਹ ਕਰਨ ਦੀ ਗੱਲ ਉਸ ਵੇਲੇ ਕੀਤੀ ਸੀ। ਜਦੋਂ ਲਹਿਰਾਂ ਚੱਲਦੀਆਂ ਹਨ, ਕੋਈ ਵੀ ਚੱਲੇ, ਉਹ ਮੂਲ ਰੂਪ ਵਿੱਚ ਗਲਤ ਨਹੀਂ ਹੁੰਦੀਆਂ, ਪਰ ਜਿਵੇਂ ਜਿਵੇਂ ਉਹਨਾਂ ਦੇ ਪ੍ਰਸਾਰ ਤੇ ਪ੍ਰਚਾਰ ਹੁੰਦੇ ਜਾਂਦੇ ਨੇ, ਸੇਵਕਾਂ ਦੀ ਗਿਣਤੀ 'ਚ ਵਾਧਾ ਹੋ ਜਾਂਦਾ ਹੈ, ਉਹ ਫਿਰ ਆਪਣੇ ਦੇਹਧਾਰੀ ਪੂਜਾ ਵੱਲ ਪੈਰ ਰੱਖ ਲੈਂਦੀਆਂ ਹਨ। ਬਿਲਕੁਲ ਨਿਰੰਕਾਰੀ ਲਹਿਰ ਦਾ ਆਰੰਭ ਵੀ ਕੋਈ ਇਸ ਢੰਗ ਨਾਲ ਨਹੀਂ ਸੀ ਹੋਇਆ। ਜਿਹੜੀ ਨਿਰੰਕਾਰੀ ਲਹਿਰ ਸਾਡੇ ਕੋਲ ਅੱਜ ਸਾਡੇ ਸਾਹਮਣੇ ਆਉਂਦੀ ਹੈ, ਉਹਦਾ ਰੂਪ ਪਹਿਲਾਂ ਹੋਰ ਸੀ, ਧਰਮ ਪ੍ਰਚਾਰ ਦੀ ਇੱਕ ਲਹਿਰ ਸੀ। ਇਸੇ ਤਰ੍ਹਾਂ ਹੀ ਨਾਮਧਾਰੀ ਜਿਹੜੇ ਦੇ ਵਿੱਚ ਬਾਬਾ ਰਾਮ ਸਿੰਘ ਜੀ ਸੀ, ਉਹਨਾਂ ਨੇ ਵੀ ਆਨੰਦ ਕਾਰਜ ਦੀ ਰਸਮ ਰੀਤੀ ਨੂੰ ਅੱਗੇ ਵਧਾਇਆ। ਜਿਹੜੇ ਸੀ
ਪਰ ਤਾਂ ਜਿਹੜੇ ਬੇਦੀ ਕੱਢ ਕੇ ਮੰਤਰ ਪੜ੍ਹ ਕੇ ਉਹਨਾਂ ਦੀ ਥਾਂ ਦੇ ਉੱਤੇ ਇਹਨਾਂ ਨੇ ਨਵੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਾਵਾਂ ਪੜ੍ਹੀਆਂ ਜਾ ਕੇ ਇਹ ਮਰਿਆਦਾ ਜਿਹੜੀ ਸ਼ੁਰੂ ਕੀਤੀ, ਪ੍ਰਚਲਿਤ ਕੀਤੀ, ਇਸ ਮਰਿਆਦਾ ਨੂੰ ਹੋਰ ਅੱਗੇ ਵਧਾਇਆ। ਤੇ ਇਸ ਜਿਹੜੇ ਜੇ ਹੁਣ ਅਸੀਂ ਗੱਲ ਕਰਦੇ ਹਾਂ ਥੋੜੀ ਜਿਹੀ, ਹੁਣ ਦੇਖਦੇ ਹਾਂ ਤਾਂ ਨਾਮਧਾਰੀ ਸਮਾਜ ਅੱਜ ਫਿਰ ਅਰਧ ਵੈਦਿਕ ਫੇਰਿਆਂ ਦੇ ਰੂਪ ਵਿੱਚ ਫਿਰ ਉਹੀ ਅਗਨੀ ਦੁਆਲੇ ਫੇਰੇ ਲੈ ਕੇ ਅੱਜ ਫਿਰ ਉੱਥੇ ਜਾ ਡਿੱਗੇ ਹਨ, ਜਿੱਥੋਂ ਉਹਨਾਂ ਦੇ ਹੀ ਆਗੂ ਜਿਹੜਾ ਉਹਨਾਂ ਦੇ ਮੱਤ ਨੂੰ ਚਲਾਉਣ ਵਾਲੇ ਬਾਬਾ ਰਾਮ ਸਿੰਘ ਨੇ ਕੱਢਿਆ ਸੀ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਲਹਿਰਾਂ ਚੱਲਦੀਆਂ ਹੋਰ ਕੰਮ ਲਈ ਹਨ, ਤੇ ਉਹਨਾਂ ਦੇ ਰਿਜ਼ਲਟ ਜਦੋਂ ਵੱਡੀਆਂ ਹੋ ਜਾਂਦੀਆਂ ਹਨ ਤੇ ਉਹ ਕਿਤੇ ਦੇ ਕਿਤੇ ਜੇ ਉਹਨਾਂ ਨੂੰ ਸੰਭਾਲਿਆ ਨਾ ਜਾਵੇ ਤਾਂ ਕਿਤੇ ਦੇ ਕਿਤੇ ਜਾ ਪਹੁੰਚਦੀਆਂ ਹਨ। ਇਸੇ ਤਰ੍ਹਾਂ ਹੀ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਲਹਿਰ ਮਿਸ਼ਨਰੀ ਲਹਿਰ ਨੇ ਚਲਾਈ ਹੈ ਇਹਨੂੰ ਵੀ ਸੰਭਾਲਣ ਦੀ ਲੋੜ ਹੈ। ਆਓ ਇਹਦੇ 'ਚ ਆਪਾਂ ਯੋਗਦਾਨ ਪਾਈਏ, ਆਪਣਾ ਹਿੱਸਾ ਪਾਈਏ, ਇਸ ਲਹਿਰ ਨੂੰ ਮਜ਼ਬੂਤ ਕਰੀਏ, ਕਿਉਂਕਿ ਗੁਰੂ ਨਾਨਕ ਦੀ ਫੁਲਵਾੜੀ ਨੂੰ ਇਹ ਤੱਤ ਨਿਖਾਰ ਕੇ ਸਾਡੇ ਸੰਗਤ ਦੇ ਸਾਹਮਣੇ ਰੱਖਣ ਦਾ ਸਾਡਾ ਇੱਕ ਉਪਰਾਲਾ ਹੈ। ਇਹ ਆਪ ਜੀ ਨੂੰ ਬੇਨਤੀ ਵੀ ਕਰ ਰਿਹਾ ਹਾਂ। ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰੀਤ ਜਿਹੜੀ ਸੀ ਫਿਰ ਸਿੰਘ ਸਭਾ ਲਹਿਰ ਨੇ ਤੇ ਫੇਰਿਆਂ ਦੇ ਪਰਿਕਰਮਾ ਕਰਕੇ ਵਿਸ਼ੇਸ਼ ਤੌਰ ਤੇ ਚਲਾਈ, ਤਾਂ ਬ੍ਰਾਹਮਣੀ ਸਮਾਜ ਨੇ ਕਰੜਾ ਵਿਰੋਧ ਕੀਤਾ, ਇਹਨਾਂ ਦਾ ਕਰੜਾ ਵਿਰੋਧ ਵੀ ਕੀਤਾ ਗਿਆ। ਕਈ ਤਰ੍ਹਾਂ ਦੇ ਮਖੌਲ ਵੀ ਇਹਨਾਂ ਦੇ ਉਡਾਏ ਗਏ ਤੇ ਇਹਨਾਂ ਦੇ ਉਸ ਆਨੰਦ ਕਾਰਜ ਦੇ ਕਈ ਵਿਰੁੱਧ ਹੋਰ ਤਰ੍ਹਾਂ ਦੇ ਪ੍ਰਚਾਰ ਜਿਹੜੇ ਸੀ ਉਹ ਵੀ ਕੀਤੇ ਗਏ। ਅਖੇ ਇਸ ਤਰ੍ਹਾਂ ਦੀ ਸਿੱਖ ਕੁੜੀ ਦਾ ਵਿਆਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠੇ ਗ੍ਰੰਥੀ ਨਾਲ ਹੀ ਕਰ ਦਿੰਦੇ ਹਨ। ਅੱਜ ਵੀ ਕਈ ਲੋਕੀ ਇਹ ਗੱਲਾਂ ਕਰਦੇ ਆ ਵੀ ਲੋ ਜੀ ਗ੍ਰੰਥੀ ਸਿੰਘ ਵਿੱਚ ਬੈਠਾ ਹੁੰਦਾ ਹੈ, ਪਰਿਕਰਮਾ ਲੈਣ ਲੱਗੇ ਹੈ ਤੇ ਇਹ ਤਾਂ ਸਿੱਖ ਜਿਹੜੇ ਨੇ ਆਪਣੀ ਕੁੜੀ ਦਾ ਵਿਆਹ ਗੁਰੂ ਸਾਹਿਬ ਜੀ ਦੀ ਤਾਬਿਆਂ ਬੈਠੇ ਗ੍ਰੰਥੀ ਨਾਲ ਹੀ ਕਰ ਦਿੰਦੇ ਹਨ। ਇਹੋ ਜਿਹੀਆਂ ਗੱਲਾਂ ਉਸ ਲੜਾਈਆਂ, ਅਦਾਲਤਾਂ 'ਚ ਮੁਕੱਦਮੇ ਖੜੇ ਕੀਤੇ ਗਏ। ਆਨੰਦ ਵਿਆਹਾਂ ਨੂੰ ਹਿੰਦੂ ਰੀਤੀ ਦੇ ਵਿਧਾਨ ਦੇ ਵਿਰੁੱਧ ਹੋਣ ਦੇ ਫਤਵੇ ਲਾਏ ਗਏ। ਭਾਈ ਜਵਾਹਰ ਸਿੰਘ ਦੇ ਆਨੰਦ ਵਿਆਹ ਤੋਂ ਪੈਦਾ ਹੋਏ ਲੜਕੇ ਨੂੰ ਅਦਾਲਤ ਵਿੱਚੋਂ ਹਰਾਮੀ ਹੋਣ ਦਾ ਫਤਵਾ ਦਵਾਇਆ ਗਿਆ। ਭਾਈ ਸਿੰਘ ਸਭਾ ਲਹਿਰ ਦੇ ਜਿਹੜੇ ਭਾਈ ਜਵਾਹਰ ਸਿੰਘ ਜੀ ਸਨ, ਉਹਨਾਂ ਦੇ ਆਨੰਦ ਵਿਆਹ ਤੋਂ ਪੈਦਾ ਹੋਏ ਲੜਕੇ ਨੂੰ ਅਦਾਲਤ ਵਿੱਚੋਂ ਹਰਾਮੀ ਹੋਣ ਦਾ ਫਤਵਾ ਵੀ ਦਵਾਇਆ ਗਿਆ। ਉਹ ਲੜਕਾ ਆਪਣੇ ਬਾਪ ਦੀ ਜਾਇਦਾਦ ਦਾ ਹੱਕਦਾਰ ਨਹੀਂ ਮੰਨਿਆ ਜਾ ਸਕਦਾ। ਜਿਸ ਕਾਰਨ ਸਿੱਖਾਂ ਲਈ ਆਨੰਦ ਮੈਰਿਜ ਐਕਟ ਅਮਲ ਵਿੱਚ ਲਿਆਉਣਾ ਜ਼ਰੂਰੀ ਹੋਇਆ। ਇਸ ਤੇ ਪਾਸ ਹੋਣ ਨਾਲ ਹਿੰਦੂ ਵਿਰਾਸਤ ਐਕਟ ਨਾਲ ਸਿੱਖਾਂ ਦਾ ਸੰਬੰਧ ਤਾਂ ਉਸ ਵੇਲੇ ਹੀ ਖਤਮ ਹੋ ਗਿਆ ਸੀ, ਪਰ ਹੁਣ ਆਜ਼ਾਦੀ ਪਿੱਛੋਂ ਪਤਾ ਨਹੀਂ ਫਿਰ ਕਿਹੜਾ ਸੱਪ ਸੁੰਘ ਗਿਆ ਤੇ ਫਿਰ ਸਾਡੇ ਕੋਲ ਉਹ ਹਿੰਦੂ ਮੈਰਿਜ ਐਕਟ ਆ ਕੇ ਕਿਵੇਂ ਜੁੜ ਗਿਆ ਤੇ ਹਿੰਦੂ ਵਿਰਾਸਤੀ ਐਕਟ ਮੁੜ ਕੇ ਸਾਡੇ ਵਿੱਚ ਗਲੇ ਵਿੱਚ ਪੈ ਗਿਆ। ਇਹ ਸਾਡੇ ਕਿੱਥੋਂ ਆ ਡਿੱਗਾ, ਇਹ ਗੱਲ ਦੀ ਅਜੇ ਤੱਕ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਜਦੋਂ ਆਨੰਦ ਮੈਰਿਜ ਐਕਟ ਚੱਲ ਗਿਆ, ਕਾਨੂੰਨ ਬਣ ਗਿਆ 1908 1909 ਦੇ ਵਿੱਚ ਜਾ ਕੇ ਐਕਟ ਬਣ ਜਾਂਦਾ ਹੈ, ਉਸ ਤੋਂ ਬਾਅਦ ਇਹ ਹੁਣ ਕਿਉਂ ਅੱਜ ਤੁਹਾਨੂੰ ਹਿੰਦੂ ਮੈਰਿਜ ਐਕਟ ਵਿੱਚ ਵਿਆਹ ਰਜਿਸਟਰ ਕਰਾਉਣੇ ਪੈ ਰਹੇ ਹਨ ਜਾਂ ਕਿਉਂ ਹੋ ਰਿਹਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ, ਇਹਦਾ ਪਿਛੋਕੜ ਦੇਖਣ ਦੀ ਹੋਰ ਲੋੜ ਹੈ, ਹੋਰ ਵਿਚਾਰਨ ਦੀ ਲੋੜ ਹੈ। ਤੋ ਇਹ ਐਕਟ ਜਿਹੜਾ ਵਾਇਸਰਾਏ ਦੀ ਕੌਂਸਲ ਦੇ ਮੈਂਬਰ ਹੋਣ ਦੀ ਜਿਸ ਤਰ੍ਹਾਂ ਪਹਿਲਾਂ ਮਹਾਰਾਜਾ ਰਿਪੁਦਮਨ ਸਿੰਘ ਜੀ ਨੇ, ਟਿੱਕਾ ਰਿਪੁਦਮਨ ਸਿੰਘ ਜਿਹੜੇ ਜੇਤੋ ਦੇ ਮੋਰਚੇ ਦਾ ਜਿਹਨਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਉਹਨਾਂ ਨੇ ਪੇਸ਼ ਕੀਤਾ ਤੇ ਪਿੱਛੋਂ ਜਾ ਕੇ ਇਸ ਕੌਂਸਲ ਦੀ ਪੋਜੀਸ਼ਨ ਉੱਤੇ ਵਿਰਾਜ ਕੇ ਸੁੰਦਰ ਸਿੰਘ ਜੀ ਮਜੀਠਾ ਨੇ 22 ਅਕਤੂਬਰ 1909 ਨੂੰ ਐਕਟ ਪਾਸ ਕਰਵਾਇਆ ਸੀ, ਜਿਹਨੂੰ ਆਨੰਦ ਮੈਰਿਜ ਐਕਟ ਅਸੀਂ ਕਹਿੰਦੇ ਹਾਂ। ਭਾਵੇਂ ਕਾਨੂੰਨੀ ਤੌਰ ਤੇ ਆਨੰਦ ਮੈਰਿਜ ਐਕਟ ਪਿੱਛੋਂ ਅਦਾਲਤੀ ਔਕੜਾਂ ਦੇ ਵਿੱਚ ਘਟ ਗਈਆਂ ਸਨ, ਜੇ ਸਮਾਜਿਕ ਤੌਰ ਤੇ ਬ੍ਰਾਹਮਣਾਂ ਵੱਲੋਂ ਜੋ ਵਿਰੋਧ ਹੋਇਆ ਤੇ ਆਨੰਦ ਕਾਰਜ ਦੀ ਰੀਤੀ ਪ੍ਰਚਲਿਤ ਹੋਣ ਤੋਂ ਰਾਹ ਵਿੱਚ ਹਰ ਥਾਂ ਤੇ ਜਿਹੜੇ ਅੜਿੱਕੇ ਖੜੇ ਕੀਤੇ ਗਏ, ਉਹਦਾ ਉਸ ਸਿੰਘ ਸਭਾ ਲਹਿਰ ਦੇ ਉਹਨਾਂ ਵੀਰਾਂ ਨੇ ਬੜੇ ਡਟ ਕੇ ਮੁਕਾਬਲਾ ਕੀਤਾ। ਉਹ ਮੁਸ਼ਕਲਾਂ ਅਸੀਂ ਅੱਜ ਅਨੁਭਵ ਨਹੀਂ ਕਰ ਸਕਦੇ ਜਿਹੜੀਆਂ ਉਹਨਾਂ ਨੂੰ ਆਈਆਂ ਹੋਣਗੀਆਂ। ਅੱਜ ਅਸੀਂ ਸੁੱਖ ਰਹਿਣੇ ਹੋ ਗਏ ਹਾਂ, ਅੱਜ ਸਾਡੇ ਕੋਲ ਸਾਧਨ ਬਹੁਤ ਹਨ। ਜਦੋਂ ਇਹ ਰੀਤੀ ਲੋਕ ਪ੍ਰਿਯ ਬਣ ਜਾਂਦੀ ਹੈ, ਲੋਕ ਰੀਤੀ ਜਦੋਂ ਲੋਕਾਂ 'ਚ ਪਿਆਰੀ ਹੋ ਜਾਂਦੀ ਹੈ, ਤਾਂ ਫਿਰ ਇਹ ਅੱਜ ਦੇਖਦੇ ਹਾਂ ਵੀ ਸਾਡੇ ਭਾਵੇਂ ਕੋਈ ਸਿੱਖ ਹੈ ਨਹੀਂ ਹੈ, ਉਹ ਵੀ ਆਨੰਦ ਕਾਰਜ ਨਾਲ ਹੀ ਵਿਆਹ ਜਿਹੜਾ ਹੈ ਉਹ ਕਰਾਉਣ ਨੂੰ ਤਰਜੀਹ ਦਿੰਦਾ ਹੈ। ਕਾਰਨ ਕੀ ਹੈ ਕਿ ਉਦੋਂ ਸਾਡੇ ਇਹ ਸਿੰਘ ਸਭਾ ਲਹਿਰ ਦੀ ਦੇਣ ਸਾਨੂੰ ਮਿਲੀ, ਜਿਨ੍ਹਾਂ ਨੇ ਪ੍ਰਚਲਿਤ ਕੀਤਾ। ਭਾਵੇਂ ਐਕਟ ਪਾਸ ਹੋ ਚੁੱਕਾ ਸੀ, ਪਰ ਆਨੰਦ ਕਾਰਜ ਉਸ ਵੇਲੇ ਆਮ ਬਹੁਤ ਘੱਟ ਕੀਤੇ ਜਾਂਦੇ ਸਨ, ਜਾਂ ਬੈਠ ਕੇ ਕਰਾ ਦਿੱਤਾ ਜਾਂਦਾ ਸੀ ਜਾਂ ਹੋਰ ਢੰਗ ਨਾਲ ਕਰ ਦਿੱਤੇ ਜਾਂਦੇ ਸਨ। ਪਰ ਸਿੰਘ ਸਭਾ ਲਹਿਰ ਨੇ ਤੇ ਇਨਾਮਧਾਰੀ ਤੇ ਬਾਬਾ ਰਾਮ ਸਿੰਘ ਜੀ ਤੇ ਨਿਰੰਕਾਰੀ ਲਹਿਰ ਦੇ ਬਾਬਾ ਦਿਆਲ ਸਿੰਘ, ਬਾਬਾ ਰੱਤਾ ਸਿੰਘ ਜੀ ਨੇ ਆਪਣਾ ਯੋਗਦਾਨ ਇਹਦੇ 'ਚ ਪਾਇਆ ਹੈ। ਤੋ ਇਸ ਲਹਿਰ ਨੂੰ ਦੁਬਾਰਾ ਪ੍ਰਚਲਿਤ ਕਰਨ ਦਾ ਸਿਹਰਾ ਵੀ ਸਾਡਾ ਸਿੰਘ ਸਭਾ ਲਹਿਰ ਦੇ ਸਿਰ ਤੇ ਹੀ ਆਉਂਦਾ ਹੈ। ਤੋ ਇਹ ਇੱਕ ਇਤਿਹਾਸ ਦਾ ਉਹ ਪੱਖ ਹੈ ਜਿਸ ਪੱਖ ਦੇ ਵਿੱਚੋਂ ਇਹਨਾਂ ਸਿੰਘ ਸਭਾ ਦੇ ਸੇਵਕਾਂ ਨੇ
ਡਟ ਕੇ ਸਾਡੇ ਨਾਲ ਖੜੇ ਹੋਏ। ਇਹਨਾਂ ਨੇ ਉਹ ਸਿੱਖੀ ਦੇ ਨਿਆਰੇਪਨ ਨੂੰ ਘਰ ਘਰ ਦੇ ਵਿੱਚ ਪਾਇਆ, ਸਿੱਖੀ ਦੇ ਉਸ ਸਿਧਾਂਤ ਨੂੰ ਸਾਡੇ ਝੋਲੀ ਵਿੱਚ ਪਾਇਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਸੀ। ਇਹਦੇ ਲਈ ਉਹਨਾਂ ਨੂੰ ਆਪਣੇ ਘਰ ਘਟ ਵੀ ਗਾਉਣੇ ਪਏ, ਪੰਥ ਵਿੱਚੋਂ ਛੇਕੇ ਵੀ ਗਏ, ਕੁਰਬਾਨੀਆਂ ਵੀ ਕਰਨੀਆਂ ਪਈਆਂ, ਔਰ ਇੱਥੋਂ ਤੱਕ ਕਿ ਉਹਨਾਂ ਨੂੰ 100 ਸਾਲ ਮਰਨ ਤੋਂ ਬਾਅਦ ਜਾ ਕੇ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਕਾਲ ਤਹਿਤ ਜਥੇਦਾਰ ਬਣਦੇ ਹਨ ਤਾਂ ਗਿਆਨੀ ਗੁਰਮੁਖ ਸਿੰਘ ਜੀ ਨੂੰ ਮਾਫੀ ਜਿਹੜੀ ਹੈ ਉਹ ਮਿਲਦੀ ਹੈ। ਤੇ ਇਹ ਕੁਝ ਇਸ ਤਰ੍ਹਾਂ ਦੀ ਕਹਾਣੀਆਂ, ਇਤਿਹਾਸ ਹੈ ਸਿੰਘ ਸਭਾ ਲਹਿਰ ਦਾ, ਵੀ ਇਸ ਲਹਿਰ ਨੇ ਜਿਹੜੇ ਕੰਮ ਕੀਤੇ, ਜੋ ਪ੍ਰਚਲਿਤ ਸਾਡੇ ਸਾਹਮਣੇ ਕੀਤਾ, ਜੋ ਇਸ ਲਹਿਰ ਨੇ ਇੱਕ ਨਿਆਰਾ ਤੇ ਨਵਾਂ ਸਰੂਪ ਸਾਨੂੰ ਰੱਖਿਆ, ਇਹ ਕਮਾਲ ਦਾ ਸੀ, ਜਿਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਕਾਲ ਤੋਂ ਬਾਅਦ ਇੱਕ ਨਵਾਂ ਜੇ ਚਾਨਣ ਮਨਾਰਾ ਸਾਡੇ ਸਾਹਮਣੇ ਆਇਆ ਤਾਂ ਉਹ ਸਿੰਘ ਸਭਾ ਲਹਿਰ ਦੇ ਕਰਕੇ ਹੀ ਸਾਡੇ ਸਾਹਮਣੇ ਆਇਆ। ਇਸ ਤੋਂ ਅੱਗੇ ਇਸਤਰੀ ਦੀ ਗੱਲ ਜਿਹੜੀ ਹੈ ਉਹਦੇ ਵਿੱਚ ਸਤੀ ਪ੍ਰਥਾ ਦਾ ਵੀ ਬੜਾ ਰਿਵਾਜ ਚੱਲ ਰਿਹਾ ਸੀ। ਗੁਰੂ ਸਾਹਿਬਾਨ ਨੇ ਤਾਂ ਇਹ ਗੱਲ ਗੁਰਬਾਣੀ ਵਿੱਚ ਲਿਖ ਦਿੱਤੀ, ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਪਰ ਅਸੀਂ ਆਪਣੇ ਇਤਿਹਾਸ ਵਿੱਚ ਖਾਲਸਾ ਦਰਬਾਰ ਦੇ ਮਹਾਰਾਜਾ ਰਣਜੀਤ ਸਿੰਘ ਦੇ, ਸ਼ੇਰੇ ਪੰਜਾਬ ਦੇ ਚਲਾਣੇ ਦੇ, ਉਹਨਾਂ ਦੇ ਸਪੁੱਤਰ ਮਹਾਰਾਜ ਖੜਕ ਸਿੰਘ ਦੀ ਚੰਦਨ ਦੀ ਚਿਖਾ ਸਤੀ ਹੋਣ ਵਾਲੀਆਂ ਮਹਾਰਾਣੀਆਂ ਦੀ ਇੱਕ ਲੰਮੀ ਲਿਸਟ ਲਿਆ ਕੇ ਸਾਡੇ ਕੋਲ ਖੜੀ ਹੈ, ਜਿਹੜੀ ਲੰਮੀ ਲਿਸਟ ਬਣ ਜਾਂਦੀ ਹੈ। ਮਿਰਤਕ ਰਸਮਾਂ, ਪਿੱਤਰ ਪੂਜਾ, ਪਿੰਡ ਭਰਾਉਣੇ, ਭੇਵੇ, ਜੱਗਿਆ ਜਾ ਕੇ ਗਤੀ ਕਰਾਉਣੀ, ਗੰਗਾ 'ਚ ਫੁੱਲ ਪਾਉਣੇ, ਇਹ ਰੀਤਾਂ ਸਿੱਖੀ 'ਚ ਪੂਰੀ ਤਰ੍ਹਾਂ ਘਰ ਘਰ ਚੁੱਕੀਆਂ ਸਨ, ਜਿਨ੍ਹਾਂ ਦਾ ਅਸੀਂ ਰਹਿਤ ਮਰਿਆਦਾ ਵਿੱਚ ਸਾਰੀਆਂ ਜ਼ਿਕਰ ਕਰ ਚੁੱਕੇ ਹਾਂ ਕਿ ਕਿਹੜੀਆਂ ਰਸਮਾਂ ਅਸੀਂ ਨਹੀਂ ਕਰਨੀਆਂ। ਇਹਨਾਂ ਰੀਤਾਂ ਦੇ ਵਿਰੁੱਧ ਜਦੋਂ ਬਾਬਾ ਦਿਆਲ ਜੀ ਤੇ ਬਾਬਾ ਰਤਾ ਜੀ ਨੇ ਰਾਵਲ ਪਿੰਡੀ ਵਿੱਚ ਪਾਕਿਸਤਾਨ ਜੋ ਆਏ, ਉੱਥੇ ਆਪਣਾ ਜਹਾਦ ਸ਼ੁਰੂ ਕੀਤਾ ਤੇ ਮਰਨ ਪਿੱਛੋਂ ਰੋਣਾ ਪਿੱਟਣਾ, ਕਿਰਿਆ ਕਰਮ ਬੰਦ ਕਰਨ ਦੀ ਗੁਰਮਤ ਦੀ ਗੱਲ ਸਮਝਾਈ, ਉਹਨਾਂ ਨੂੰ ਭਾਈਚਾਰੇ ਵਿੱਚੋਂ ਹੀ ਛੇਕ ਦਿੱਤਾ ਗਿਆ। ਅਖੇ ਕਹਿਣ ਲੱਗੇ ਇਹ ਕਿਹੋ ਜਿਹੇ ਮਾਨਸ ਸਿੱਖ ਹੋਏ ਜੋ ਮਰਿਆਂ ਪਿੱਛੋਂ ਕੜਾਹ ਖਾਂਦੇ ਹਨ। ਉਹਨਾਂ ਨੂੰ ਮਜ਼ਾਕ ਉਡਾਇਆ ਜਾਂਦਾ ਸੀ ਵੀ ਕਾਹਦੇ ਹੈ, ਇੱਕ ਲਫ਼ਜ਼ ਵਿੱਚ ਲਿਖਿਆ ਉੱਥੇ ਮਿਲਦਾ ਹੈ, ਇਹ ਕਿਹੋ ਜਿਹੇ ਮਾਨਸ ਦਾ ਮਤਲਬ ਸਿੱਖ, ਕਿਹੋ ਜਿਹੇ ਮਾਨਸ ਹੋਏ ਜੋ ਮਰਿਆਂ ਪਿੱਛੋਂ ਵੀ ਕੜਾਹ ਖਾਂਦੇ ਹਨ, ਕਦੀ ਮਰਿਆਂ ਪਿੱਛੋਂ ਵੀ ਕੜਾਹ ਖਾਂਦਾ। ਇਹੋ ਜਿਹੀਆਂ ਗੱਲਾਂ ਉਹਨਾਂ ਦੇ ਖਿਲਾਫ ਜਿਹੜੀਆਂ ਪ੍ਰਚਲਿਤ ਕਰ ਦਿੱਤੀਆਂ ਗਈਆਂ। ਕੁੜੀ ਮਾਰਨ ਦਾ ਆਮ ਰਿਵਾਜ ਸੀ ਉਸ ਵੇਲੇ। ਇਹ ਰੋਗ ਸਿੱਖਾਂ ਵਿੱਚ ਵਧੇਰੇ ਘਰ ਕਰ ਗਿਆ ਸੀ। ਪੰਜਾਬ ਵਿੱਚ ਇੱਕ ਅਖਾਣ ਮਸ਼ਹੂਰ ਸੀ ਉਸ ਵੇਲੇ, ਸਰਦੇ ਪੁੱਜਦੇ ਘਰਾੜੇ ਜੰਮਦੀ ਕੁੜੀ ਨੂੰ ਘੜੇ ਵਿੱਚ ਗੁੜ ਤੇ ਰੂਹ ਦੀਆਂ ਪੂਣੀਆਂ ਪਾ ਕੇ ਇਸ ਲੋਕ ਮੰਤਰ ਦਾ ਜਾਪ ਕਰਕੇ ਦੱਬ ਦਿੰਦੇ ਸਨ। ਕਿਹੜੀ? ਗੁੜ ਖਾਣੀ ਪੂਣੀ ਕੱਤੀ, ਆਪ ਨਹਾਈ ਵੀਰ ਨੂੰ ਕੱਤੀ। ਗੁੜ ਖਾਈ ਪੂਣੀ ਕੱਤੀ, ਆਪ ਨਹਾਈ ਵੀਰ ਨੂੰ ਕੱਤੀ, ਮਾਰ ਦਿੰਦੇ ਸਨ ਜੰਮਦੀਆਂ ਕੁੜੀਆਂ ਨੂੰ। ਚਲੋ ਉਹ ਤਾਂ ਜਨਮ ਤੋਂ ਬਾਅਦ ਮਾਰਦੇ ਸਨ, ਉਹ ਭਲਿਓ ਅੱਜ ਤਾਂ ਅਸੀਂ ਜਨਮ ਤੋਂ ਪਹਿਲਾਂ ਇੰਨੇ ਸਾਇੰਸ ਦਾ ਫਾਇਦਾ ਉਠਾ ਕੇ ਜਾਂ ਸਾਇੰਸ ਦਾ ਦੁਰਫਾਇਦਾ ਉਠਾ ਕੇ ਜਨਮ ਲੈਣ ਤੋਂ ਪਹਿਲਾਂ ਹੀ ਕੁੜੀਆਂ ਨੂੰ ਮਾਰ ਦਿੱਤਾ। ਔਰ ਦੁਖਾਂਤ ਇਸ ਗੱਲ ਦਾ ਹੈ ਕਿ ਆਮ ਜੋ ਪੰਜਾਬ ਦੀ ਧਰਤੀ ਤੇ ਮੈਂ ਗੱਲ ਕਰ ਰਿਹਾ, ਆਮ ਜੋ ਰੇਸ਼ੋ ਹੈ 1000 ਦੇ ਪਿੱਛੇ 952 ਕੁੜੀਆਂ, 1000 ਲੜਕਾ ਤੇ 952 ਕੁੜੀਆਂ ਦਾ ਜਨਮ ਹੁੰਦਾ ਸੀ। ਪਰ ਪਿਛਲੇ ਸਾਲਾਂ ਚ ਜੋ ਅਸੀਂ ਸਾਡੇ ਸਾਹਮਣੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਕਿ ਰੇਸ਼ੋ ਘਟਾ ਕੇ 787 82 ਦੇ ਉੱਤੇ ਆ ਗਏ। ਇਹਦਾ ਮਤਲਬ ਇੰਨੀਆਂ ਬੱਚੀਆਂ ਅਸੀਂ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤੀਆਂ। ਜਰਾ ਖਿਆਲ ਕਰਕੇ ਦੇਖੋ ਕਿੱਥੇ ਸਿੱਖ ਸਿਧਾਂਤ ਤੇ ਕਿੱਥੇ ਸਾਡੀ ਅੱਜ ਦੀ ਰਹਿਣੀ ਸੀ। ਠੀਕ ਹੈ, ਅੱਜ ਹੁਣ ਕੋਈ ਥੋੜਾ ਬਹੁਤਾ ਸੁਧਾਰ ਉਹਦੇ ਵਿੱਚ ਹੋਇਆ, ਕਾਫੀ ਲੋਕਾਂ ਵਿੱਚ ਜਾਗਰਤੀ ਆਈ। ਹੁਣ ਬੱਚੀਆਂ ਨੂੰ ਦੁਬਾਰਾ ਫਿਰ ਉਹ ਮਾਨ ਸਨਮਾਨ ਅਸੀਂ ਦੇਣਾ ਸ਼ੁਰੂ ਕੀਤਾ, ਜਿਹੜਾ ਮਾਨ ਸਨਮਾਨ ਸਾਨੂੰ ਬੱਚੀਆਂ ਨੂੰ ਪਹਿਲਾਂ ਹੀ ਦੇਣਾ ਚਾਹੀਦਾ ਸੀ। ਤੋ ਇਹ ਜਿਹੜੀ ਗੁੜ ਖਾਈ ਪੂਣੀ ਕੱਤੀ, ਇਹੋ ਜਿਹੀ ਪੋਜੀਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਨੂੰ ਵੀ ਭੂਮੀ ਸਮਾਧੀ ਦਿੱਤੀ ਜਾ ਚੁੱਕੀ ਸੀ। ਵਣ ਰੁੱਖੇ ਸਰਦਾਰਾਂ ਦੇ ਜਿਹੜੇ ਪਿੰਡ ਅੱਗੋਂ ਦੀ ਬਾਗੜੀਆਂ ਕੁਲ ਦੇ ਮਹਾਂਪੁਰਖ ਬਾਬਾ ਗੁੱਦੜ ਸਿੰਘ ਜੀ ਲੰਘੇ ਤਾਂ ਉਹਨਾਂ ਨੇ ਆਪਣੇ ਇਸ ਪੁਰਾਣੇ ਸੇਵਕ ਦੇ ਘਰਾੜੇ ਦਾ ਜਲ ਪਾਣੀ ਛਕਣ ਤੋਂ ਇਨਕਾਰ ਕਰਤਾ। ਪੁੱਛਣ ਤੇ ਬਾਬਾ ਜੀ ਨੇ ਕਹਿ ਦਿੱਤਾ ਕਿ ਅਸੀਂ ਕੁੜੀ ਮਾਰਾਂ ਦਾ ਨਹੀਂ ਖਾਂਦੇ, ਤੁਸੀਂ ਕੁੜੀ ਮਾਰੀ ਹੈ। ਨਾਲ ਹੀ ਉਹਨਾਂ ਨੇ ਆਪਣੀ ਜਿੰਦ ਰਿਸ਼ਤੇ ਨਾਲ ਇਹ ਵੀ ਗੱਲ ਦੱਸਦੀ ਕਿ ਬੱਚੀ ਹਲੇ ਜਿਉਂਦੀ ਹੈ, ਜਾਓ ਉਹਨੂੰ ਕੱਢ ਲਿਆਓ। ਜੋ ਕਹਾਣੀ ਹੈ ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਸ ਤੋਂ ਪੰਜਾਬ ਦਾ ਬਲੀਪੁਰਖ ਜੰਮੇਗਾ ਤੇ ਜਿਸ ਦੇ ਫਲਸਰੂਪ ਦੱਬੀ ਹੋਈ ਉਹ ਬੱਚੀ ਜਿਹੜੀ ਸੀ ਕੱਢੀ ਗਈ ਤੇ ਜੋ ਵੱਡੀ ਹੋਈ ਮਹਾ ਸਿੰਘ ਦੇ ਨਾਲ ਵਿਆਹੀ ਗਈ ਤੇ ਉਸ ਬੱਚੀ ਦੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਜਿਹੜਾ ਹੈ ਉਹ ਜਨਮ ਹੁੰਦਾ ਹੈ ਜਾਂ ਜਨਨੀ ਬਣਦੀ ਹੈ। ਉਹ ਬੱਚੀ ਜਿਹਦੇ ਬਾਰੇ ਉਹ ਮਿੱਟੀ 'ਚ ਦੱਬ ਦਿੱਤੀ ਸੀ
ਤਦ ਕਿ ਬੱਚੀਆਂ ਨੂੰ ਜਨਮ ਦੇ ਵੇਲੇ ਮਾਰ ਦਿੱਤਾ ਜਾਂਦਾ ਸੀ। ਤੋ ਇਹ ਕੁੜੀ ਮਾਰਨ ਦੀ ਰੀਤ ਸਿੰਘ ਸਭਾ ਜ਼ਮਾਨੇ ਤੱਕ ਬਹੁਤ ਜ਼ਿਆਦਾ ਪ੍ਰਚਲਿਤ ਸੀ। ਇਸ ਦਾ ਇੱਕ ਪ੍ਰਮਾਣ ਇੱਕ ਉਸ ਸਮੇਂ ਦੀ ਇੱਕ ਲਿਖੀ ਪੰਜਾਬ ਦੀ ਸੈਰ ਪੁਸਤਕ ਤੋਂ ਮਿਲਦਾ ਹੈ। ਪੰਜਾਬ ਦੀ ਸੈਰ ਪੁਸਤਕ ਚੋਂ ਮਿਲਦਾ ਹੈ। ਅੰਗਰੇਜ਼ ਸਰਕਾਰ ਨੇ ਜਦੋਂ ਕੁੜੀ ਮਾਰਨ ਵਾਲਿਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਦੀ ਤਜਵੀਜ਼ ਸਾਰੇ ਮਜ਼੍ਹਬਾਂ ਦੇ ਧਰਮਾਂ ਦੇ ਮੁਖੀਆਂ ਅੱਗੇ ਰੱਖੀ ਤੇ ਇਸ ਤੇ ਸਭ ਤੋਂ ਵੱਧ ਬੇਦਰਦੀ ਵਰਤਣ ਵਾਲੇ ਗੁਰੂਕੁਲ ਦੇ ਸ਼ਹਿਜ਼ਾਦੇ ਹੀ ਉੱਭਰ ਕੇ ਸਾਹਮਣੇ ਆਏ। ਕਮਾਲ ਹੈ, ਜਿਨ੍ਹਾਂ ਨੇ ਪਿੱਛੋਂ ਕਾਨੂੰਨੀ ਡੰਡੇ ਦੇ ਡਰ ਤੋਂ ਸਤੀ ਪ੍ਰਥਾ ਤੇ ਕੁੜੀਆਂ ਦੀ ਕੁਟੰਗੀ ਰੀਤ ਤੋਂ ਪਰਹੇਜੀ ਬੰਨਾ ਸਵੀਕਾਰ ਕੀਤਾ। ਵੀ ਜਦੋਂ ਅੰਗਰੇਜ਼ਾਂ ਨੇ ਕਿਹਾ ਵੀ ਕੁੜੀ ਨਹੀਂ ਮਾਰਨੀ ਚਾਹੀਦੀ ਤਾਂ ਸਭ ਤੋਂ ਵੱਧ ਵਿਰੋਧ ਹੀ ਇਹਨਾਂ ਨੇ ਲੋਕਾਂ ਨੇ ਕੀਤਾ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਬੜੇ ਖੈਰੋਵਾਰ ਮੰਨਦੇ ਸਨ। ਤੋ ਇਹ ਵਿਸ਼ੇ ਨੂੰ ਅਸੀਂ ਅੱਗੋਂ ਹੋਰ ਜਾਰੀ ਰੱਖਾਂਗੇ। ਮੇਰੀ ਇੱਛਾ ਸੀ ਅੱਜ ਦੀ ਸਮਾਪਤੀ ਹੋ ਜਾਂਦੀ, ਪਰ ਥੋੜਾ ਜਿਹਾ ਇਤਿਹਾਸ ਅਜੇ ਬਾਕੀ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਆਪ ਜੀ ਦੇ ਨਾਲ ਸਾਂਝੀ ਕਰਾਂ। ਤੇ 3 ਨੁਕਤੇ ਸਾਂਝੇ ਕੀਤੇ ਹਨ, 2 ਨੁਕਤੇ ਅਗਲੇ ਹਫ਼ਤੇ ਮੈਂ ਆਪ ਜੀ ਦੇ ਨਾਲ ਹੋਰ ਸਾਂਝੇ ਕਰਾਂਗਾ, ਤਦ ਕਿ ਅਸੀਂ ਇਸ ਇਤਿਹਾਸ ਦੇ ਵਿੱਚੋਂ ਜੋ ਦੇਣ ਸਾਨੂੰ ਸਿੰਘ ਸਭਾ ਨੇ ਦਿੱਤੀ ਹੈ ਉਹ ਇਹ ਅੰਦਰ ਕੁਝ ਲਾਹਾ ਲੈ ਸਕੀਏ ਤੇ ਅੱਜ ਦੇ ਸਮੇਂ ਵਿੱਚ ਮੌਜੂਦਾ ਹਾਲਾਤ ਜੋ ਸਾਡੇ ਹਨ ਉਹਨਾਂ ਦੇ ਵਿੱਚੋਂ ਅਸੀਂ ਕਿਵੇਂ ਨਿਕਲੀਏ, ਕਿਵੇਂ ਆਪਣੇ ਨਿਆਰੇ ਪੈਰ ਨੂੰ ਕਾਇਮ ਰੱਖੀਏ। ਇਹ ਸਿੱਧਾ ਲੈਂਦੇ ਹੋਏ ਅਸੀਂ ਇਸ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਅਗਲੇ ਹਫ਼ਤੇ ਸਮਾਪਤੀ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਪ੍ਰਤੀ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ